ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ, ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਤਰਿਆਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਧੰਨ ਧੰਨ ਸਾਹਿਬ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ, ਗੁਰੂ ਸਵਾਰੀ, ਖਾਲਸਾ ਰੂਪ ਸਾਧ ਸੰਗਤ ਜੀਓ। ਬਾਲਾ ਪ੍ਰੀਤਮ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹਾਜ਼ਰੀ ਭਰ ਰਹੀ ਸਮੂਹ ਗੁਰੂ ਰੂਪ, ਗੁਰੂ ਸਵਾਰੀ, ਖਾਲਸਾ ਰੂਪ ਸਾਧ ਸੰਗਤ ਅਤੇ ਘਰਾਂ ਦੇ ਵਿੱਚ ਟਾਈਮ ਟੀਵੀ, ਚੜ੍ਹਦੀ ਕਲਾ ਦੇ ਮਾਧਿਅਮ ਰਾਹੀਂ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤ, ਆਓ ਅੱਜ ਦੇ ਪਾਵਨ ਲੜੀਵਾਰ ਸ਼ਬਦ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰੀਏ। ਪਿਆਰ ਔਰ ਸਤਿਕਾਰ ਸਹਿਤ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦਾ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਲੇਖਾ ਛੋੜ ਅਲੇਖਿਆ ਛੁਟੈ, ਹਮ ਨਿਰਗੁਣ ਲਿਹੋ ਉਬਾਰੀ। ਗੁਰੂ ਸਾਹਿਬ ਕਹਿੰਦੇ, ਦਾਤਾ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ। ਸ਼ਰਨ ਦੇ ਵਿੱਚ ਇਸ ਕਰਕੇ ਆਇਆ ਕਿ ਮੈਨੂੰ ਆਸ ਤੇਰੀ ਹੈ, ਭਰੋਸਾ ਤੇਰਾ ਹੈ, ਵਿਸ਼ਵਾਸ ਤੇਰਾ ਹੈ। ਤੇਰੇ ਤੋਂ ਇਲਾਵਾ ਮੇਰਾ ਦੂਜਾ ਵਿਸ਼ਵਾਸ ਕੋਈ ਨਹੀਂ, ਤੇਰੇ ਤੋਂ ਇਲਾਵਾ ਮੇਰੀ ਦੂਜੀ ਆਸ ਕੋਈ ਨਹੀਂ। ਮੈਂ ਦੁੱਖ ਵੀ ਤੇਰੇ ਅੱਗੇ ਲੈ ਕੇ ਆਉਣਾ ਹੈ, ਤੇ ਜਦੋਂ ਘਰ ਦੇ ਵਿੱਚ ਸੁੱਖ ਆਉਂਦਾ ਹੈ, ਸ਼ੁਕਰਾਨਾ ਕਰਨ ਵਾਸਤੇ ਵੀ ਤੇਰੇ ਹੀ ਦੁਆਰੇ ਤੇ ਆਉਂਦਾ ਹੈ। ਗੁਰੂ ਦੇ ਸਿੱਖੋ, ਜਦੋਂ ਗੁਰੂ ਘਰ ਵੱਲ ਨੂੰ ਆਉਂਦੇ ਹਾਂ, ਵੈਸੇ ਗੁਰੂ ਸਾਹਿਬ ਦਾ ਬਚਨ ਚਲੋ ਅਸੀਂ ਸਾਰੇ ਪੜ੍ਹਦੇ ਹਾਂ ਕਿ ਦਾਤਾ ਤੇਰੇ ਘਰ ਦੇ ਵਿੱਚ ਆਏ ਹਾਂ, ਤੇਰੇ ਘਰ ਦੀ ਖੁਸ਼ੀ ਲੈਣ ਵਾਸਤੇ ਆਏ ਹਾਂ, ਦੁੱਖ ਸੁੱਖ ਦੇ ਵਿੱਚ ਤੇਰੇ ਘਰ ਦੇ ਵਿੱਚ ਆਉਂਦੇ ਹਾਂ। ਪਰ ਇੱਕ ਗੱਲ ਯਾਦ ਰੱਖੋ, ਕਹਿੰਦੇ ਜਦੋਂ ਗੁਰੂ ਘਰ ਵੱਲ ਨੂੰ ਆਈਏ ਉਦੋਂ ਭੌਰੇ ਦੀ ਤਰ੍ਹਾਂ ਚੱਲ ਕੇ ਆਈਦਾ ਹੈ। ਭੌਰਾ ਜਦੋਂ ਫੁੱਲ ਵੱਲ ਧਿਆਨ ਕਰਕੇ ਆਉਂਦਾ ਹੈ ਤੇ ਕੇਵਲ ਧਿਆਨ ਉਹਦਾ ਫੁੱਲ ਤੇ ਹੁੰਦਾ ਹੈ, ਉਹ ਸੱਜੇ ਖੱਬੇ ਕਿਤੇ ਨਹੀਂ ਮੰਡਰਾਉਂਦਾ। ਉਹ ਫੁੱਲ ਤੇ ਆ ਕੇ ਬੈਠਦਾ ਹੈ, ਫੁੱਲ ਦੇ ਵਿੱਚੋਂ ਆਪਣੀ ਖੁਰਾਕ ਲੈਂਦਾ ਹੈ, ਰਸ ਲੈਂਦਾ ਹੈ,
ਤੇ ਯਾਦ ਰੱਖੋ ਕਹਿੰਦੇ ਫੁੱਲ ਆਪਣੇ ਆਪ ਨੂੰ ਬੰਦ ਕਰ ਲੈਂਦਾ ਹੈ, ਪੰਖੜੀਆਂ ਨੂੰ ਸਮੇਟ ਲੈਂਦਾ ਹੈ ਤੇ ਭੌਰਾ ਉਸ ਫੁੱਲ ਦੇ ਵਿੱਚ ਵਿੰਨਿਆ ਜਾਂਦਾ ਹੈ। ਕਹਿੰਦੇ ਜਦੋਂ ਗੁਰੂ ਘਰ ਵੱਲ ਨੂੰ ਆਈਏ, ਗੁਰੂ ਦੇ ਸਿੱਖਾ ਭੌਰੇ ਦੀ ਤਰ੍ਹਾਂ ਗੁਰੂ ਘਰ ਵੱਲ ਆਇਆ ਕਰ, ਧਿਆਨ ਕੇਂਦਰਿਤ ਕਰਕੇ ਗੁਰੂ ਘਰ ਵੱਲ ਆਇਆ ਕਰ, ਤੂੰ ਸੱਜੇ ਖੱਬੇ ਨਾ ਧਿਆਨ ਕਰਿਆ ਕਰ। ਵੈਸੇ ਮੈਂ ਇੱਕ ਬਚਨ ਆਪ ਜੀ ਨੂੰ ਕਹਾਂ, ਗੁਰਬਾਣੀ ਦਾ ਇੱਕ ਸ਼ਬਦ ਆਉਂਦਾ ਹੈ, ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹੁ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਕਹਿੰਦੇ ਗੁਰੂ ਦਾਤਾ ਹੈ, ਦਾਤਾ ਦੇਣ ਵਾਲਾ ਹੈ, ਗੁਰੂ ਦੀਪਕ ਹੈ, ਗੁਰੂ ਪ੍ਰਕਾਸ਼ ਹੈ, ਜਗਦਾ ਹੋਇਆ ਦੀਵਾ ਹੈ। ਸੱਚ ਕਰਕੇ ਜਾਣਿਓ ਜੇ ਆਤਮਿਕ ਤੌਰ ਤੇ ਬੁਝੇ ਹੋਏ ਹਾਂ, ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਨਾ ਸ਼ੁਰੂ ਕਰ ਦੇ, ਤੇਰਾ ਅੰਦਰਲਾ ਦੀਵਾ ਗੁਰੂ ਆਪ ਜਗਾ ਦੇਵੇਗਾ। ਗੁਰਦਾਤਾ ਗੁਰ ਹਿਵੈ ਘਰ, ਹਿਵੇ ਦਾ ਅਰਥ ਹੁੰਦਾ ਬਰਫ਼, ਤੇ ਆਪ ਸਿਆਣੇ ਬੈਠੇ ਹੋ। ਜਦੋਂ ਕੋਈ ਤਪਦੀ ਹੋਈ ਤਪਸ਼ ਦੇ ਵਿੱਚੋਂ ਨਿਕਲ ਕੇ ਪਹਾੜ ਪਰਬਤ ਦੇ ਨੇੜੇ ਜਾ ਕੇ ਖੜ ਜਾਵੇ, ਬਰਫ਼ ਦੇ ਸੋਮੇ ਦੇ ਨੇੜੇ ਜਾ ਕੇ ਖੜ ਜਾਵੇ, ਤੇ ਯਾਦ ਰੱਖਿਓ ਤਪਦੀ ਹੋਈ ਤਪਸ਼ ਦੇ ਵਿੱਚੋਂ ਬੰਦਾ ਨਿਕਲ ਕੇ ਜਦੋਂ ਬਰਫ਼ ਦੇ ਪਰਬਤ ਦੇ ਕੋਲ ਜਾ ਕੇ ਖੜਦਾ ਹੈ, ਹਵਾਵਾਂ ਠੰਡੀਆਂ ਆਉਣ ਲੱਗ ਪੈਂਦੀਆਂ ਨੇ, ਉਹਦੀ ਜਿਹੜੀ ਗਰਮੀ ਹੈ 1 ਮਿੰਟ ਦੇ ਵਿੱਚ ਖਤਮ ਹੋ ਜਾਂਦੀ, ਉਹਨੂੰ ਠੰਡਕਤਾ ਮਹਿਸੂਸ ਹੁੰਦੀ ਹੈ। ਯਾਦ ਰੱਖਿਓ ਗੁਰੂ ਉਹ ਸੋਮਾ ਹੈ ਠੰਡਕਤਾ ਦਾ, ਕਿ ਜੇਕਰ ਕੋਈ ਤਪਦਾ ਹੋਇਆ ਹਿਰਦਾ ਵੀ ਗੁਰੂ ਘਰ ਆ ਕੇ ਧਿਆਨ ਜੋੜ ਕੇ ਬੈਠ ਜਾਵੇ ਤੇ ਉਹਨੂੰ ਠੰਡ ਦਿੰਦਾ ਹੈ ਮੇਰਾ ਗੁਰੂ। ਗੁਰੂ ਸਾਹਿਬ ਕਹਿੰਦੇ ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹੁ ਲੋਏ, ਗੁਰੂ ਦੀਵਾ ਹੈ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਜੇ ਤੇਰਾ ਮਨ ਮੰਨ ਜਾਂਦਾ ਹੈ ਗੁਰੂ ਘਰ ਦੇ ਵਿੱਚ ਆਉਣ ਦੇ ਲਈ, ਤੇ ਜੇ ਤੇਰੇ ਉੱਤੇ ਗੁਰੂ ਦਾ ਮਨ ਮੰਨ ਜਾਂਦਾ ਹੈ, ਯਾਦ ਰੱਖੀ ਤੇਰੇ ਘਰ ਦੇ ਵਿੱਚ ਕਦੇ ਦੁੱਖ ਨਹੀਂ, ਕਲੇਸ਼ ਨਹੀਂ, ਝਗੜਾ ਨਹੀਂ, ਤੇਰੇ ਘਰ ਸਤਜੁਗ ਹੋਵੇਗਾ, ਤੇਰੇ ਘਰ ਸਕੂਨ ਹੋਵੇਗਾ, ਤੇਰੇ ਘਰ ਆਨੰਦ ਹੋਵੇਗਾ, ਤੇਰੇ ਘਰ ਰਸ ਹੋਵੇਗਾ। ਹਾਂ, ਪਰ ਗੁਰੂ ਦੇ ਸਿੱਖੋ, ਮੈਂ ਇਸ ਕਰਕੇ ਅੱਜ ਥੋੜਾ ਜਿਹਾ ਭੂਮਿਕਾ ਦੇ ਵਿੱਚ ਗੱਲ ਕਰ ਰਿਹਾ, ਕਿਉਂਕਿ ਗੁਰੂ ਘਰ ਦੇ ਵਿੱਚ ਧਿਆਨ ਜੋੜਨ ਦੀ ਗੱਲ ਹੈ, ਗੁਰੂ ਘਰ ਦੇ ਵਿੱਚ ਇਕਾਗਰਤਾ ਦੀ ਗੱਲ ਹੈ, ਗੁਰੂ ਘਰ ਦੇ ਵਿੱਚ ਸੁਰਤ ਦੀ ਗੱਲ ਹੈ, ਸਰੀਰ ਨਹੀਂ। ਆ ਲੋਕ ਨੇ, ਸਮਾਜ ਹੈ, ਸੰਸਾਰ ਹੈ, ਸਮਾਜ ਬਾਹਰ ਮੁਖੀ ਹੈ, ਪਰ ਯਾਦ ਰੱਖੋ ਸਾਡਾ ਗੁਰੂ ਅੰਤਰਮੁਖੀ ਹੈ। ਸਮਾਜ ਬਾਹਰੀ ਸਰੀਰ ਵੇਖਦਾ ਹੈ, ਗੁਰੂ ਅੰਦਰਲਾ ਹਿਰਦਾ ਵੇਖਦਾ ਹੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਹੁਣ ਤੁਸੀਂ ਮੇਰੇ ਅੰਦਰ ਦੀ ਗੱਲ ਨਹੀਂ ਜਾਣਦੇ, ਮੈਂ ਤੁਹਾਡੇ ਅੰਦਰ ਦੀ ਨਹੀਂ ਜਾਣਦਾ। ਹਾਂ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਜੇ ਉੱਥੋਂ ਤੱਕ ਕੋਈ ਪੁੱਜ ਜਾਵੇ ਤੇ ਕੋਈ ਬੁੱਝ ਸਕਦਾ ਹੈ, ਪਰ ਕਹਿੰਦੇ ਬੰਦਾ ਬੰਦੇ ਦੇ ਅੰਦਰ ਨੂੰ ਨਹੀਂ ਵੇਖ ਸਕਦਾ, ਕੇਵਲ ਤੇ ਕੇਵਲ ਬਾਹਰੀ ਸਰੀਰ ਵੇਖਦਾ ਹੈ। ਪਰ ਸੱਚ ਕਰਕੇ ਜਾਣਿਓ ਗੁਰੂ ਅੰਦਰ ਵੇਖਦਾ ਹੈ, ਅੰਦਰ ਉਹ ਜੁੜਿਆ ਹੋਇਆਪਨ ਕਿੰਨਾ ਹੈ, ਇਕਾਗਰਤਾ ਕਿੰਨੀ ਹੈ। ਮੈਨੂੰ ਚਲੋ ਇੱਕ ਗੱਲ ਯਾਦ ਆ ਗਈ, ਮੈਂ ਆਪ ਜੀ ਨੂੰ ਸੁਣਾ ਦਿੰਦਾ। ਇੱਕ ਯੂਨਾਨ ਦਾ ਫਿਲਾਸਫਰ ਹੋਇਆ ਸੁਕਰਾਤ, ਉਹ ਕਿਤੇ ਸਮੁੰਦਰ ਦੇ ਕੰਢੇ ਕੰਢੇ ਤੁਰਿਆ ਆਵੇ, ਉੱਥੇ ਇੱਕ ਛੋਟਾ ਜਿਹਾ ਬੱਚਾ ਸਮੁੰਦਰ ਦੇ ਵਿੱਚੋਂ ਲੋਟਾ ਪਾਣੀ ਦਾ ਭਰਦਾ ਹੈ ਤੇ ਫਿਰ ਸਮੁੰਦਰ ਦੇ ਵਿੱਚ ਰੋੜ ਦਿੰਦਾ ਹੈ। ਉਹ ਫਿਰ ਲੋਟਾ ਪਾਣੀ ਦਾ ਭਰਦਾ ਹੈ, ਕੁੱਜਾ ਭਰਦਾ ਹੈ, ਸਮੁੰਦਰ 'ਚ ਰੋੜ ਦਿੰਦਾ ਹੈ। ਸੁਕਰਾਤ ਵੇਖਦਾ ਰਿਹਾ, ਉਹਨੇ 1 ਵਾਰ 2 ਵਾਰ 3 ਵਾਰ ਵੇਖਿਆ, ਜਦੋਂ ਵਾਰ-ਵਾਰ ਬੱਚਾ ਲੋਟਾ ਭਰੇ ਸਮੁੰਦਰ 'ਚ ਰੋੜ ਦਵੇ, ਫਿਰ ਭਰੇ ਫਿਰ ਰੋੜ ਦਵੇ। ਸੁਕਰਾਤ ਹਾਰ ਕੇ ਕੋਲ ਬੱਚੇ ਦੇ ਆਇਆ, ਉਹਨੇ ਕਿਹਾ ਮੈਨੂੰ ਦੱਸ ਤੂੰ ਬੇਟਾ ਇਹ ਕੀ ਕਰਦਾ ਹੈ, ਮੈਂ ਤੈਨੂੰ ਕਦੋਂ ਦਾ ਵੇਖ ਰਿਹਾ ਹੈ ਕਿ ਤੂੰ ਲੋਟਾ ਸਮੁੰਦਰ 'ਚੋਂ ਭਰਦਾ ਹੈ ਤੇ ਸਮੁੰਦਰ 'ਚ ਰੋੜ ਦਿੰਦਾ ਹਾਂ, ਫਿਰ ਭਰਦਾ ਫਿਰ ਰੋੜ ਦਿੰਦਾ। ਉਹ ਕਹਿੰਦਾ ਮੈਂ ਯਤਨ ਕਰ ਰਿਹਾ ਕਿ ਇਸ ਲੋਟੇ ਦੇ ਵਿੱਚ ਸਮੁੰਦਰ ਨੂੰ ਸਮਾ ਦੇਵਾਂ। ਤੇ ਸੁਕਰਾਤ ਹੱਸ ਕੇ ਕਹਿਣ ਲੱਗਾ, ਕਹਿੰਦਾ ਬੇਟਾ ਕਿਉਂ ਨਿਆਣਿਆਂ ਵਾਲੀਆਂ ਗੱਲਾਂ ਕਰਦਾ ਹੈ, ਕਦੇ ਲੋਟਾ ਵੀ ਸਮੁੰਦਰ, ਲੋਟੇ ਦੇ ਵਿੱਚ ਵੀ ਸਮੁੰਦਰ ਸਮਾਇਆ ਹੈ। ਉਹਨੇ ਵਗਾ ਕੇ ਲੋਟਾ ਜਿਹੜਾ ਕੁੱਜਾ ਸੀ ਉਹ ਸਮੁੰਦਰ ਸੁੱਟਿਆ,
ਕਹਿਣ ਲੱਗਾ ਜੀ ਲਓ ਫਿਰ, ਜੇ ਲੋਟੇ 'ਚ ਸਮੁੰਦਰ ਨਹੀਂ ਸਮਾ ਸਕਦਾ ਤੇ ਮੈਂ ਸਮੁੰਦਰ ਦੇ ਵਿੱਚ ਲੋਟੇ ਨੂੰ ਸਮਾ ਦਿੰਦਾ। ਖੇਡ ਗੁਰਮੁਖੋ ਇੰਨੀ ਕੁ ਜੇ, ਗੁਰੂ ਗ੍ਰੰਥ ਸਾਹਿਬ ਸਮੁੰਦਰ ਹੈ, ਸਾਡਾ ਹਿਰਦਾ ਇੱਕ ਛੋਟਾ ਜਿਹਾ ਕੁੱਜਾ ਹੈ। ਜਦੋਂ ਗੁਰੂ ਘਰ ਦੇ ਵਿੱਚ ਆਉਣਾ ਹੈ ਜਾਂ ਕਿਤੇ ਵੀ ਵਰਤਣਾ ਹੈ, ਬਾਣੀ ਪੜ੍ਹਦੇ ਹਾਂ, ਕੋਸ਼ਿਸ਼ ਕਰੀਏ ਕਿ ਇਸ ਗੁਰਬਾਣੀ ਦੇ ਸਮੁੰਦਰ ਦੇ ਵਿੱਚ ਆਪਣੇ ਹਿਰਦੇ ਨੂੰ ਸਮਾ ਦਈਏ। ਜਦੋਂ ਹਿਰਦਾ ਸਮਾ ਜਾਵੇਗਾ ਉੱਥੇ ਫਿਰ ਮੇਰ ਤੇਰ ਖਤਮ ਹੋ ਜਾਵੇਗਾ। ਜਦੋਂ ਸਮਾਉਣ ਦੀ ਬਿਰਤੀ ਜਾਗ ਉੱਠੇਗੀ ਆਪਣਾ ਆਪ ਖਤਮ ਹੋ ਜਾਵੇਗਾ। ਤੇ ਜਿੱਥੇ ਆਪਣਾ ਆਪ ਖਤਮ ਹੋ ਜਾਵੇ, ਯਾਦ ਰੱਖੋ ਉੱਥੇ ਫਿਰ ਕਦੇ ਉਲਾਮਾ ਨਹੀਂ ਜੀ ਹੁੰਦਾ, ਉੱਥੇ ਕਦੇ ਤਾਨਾ ਨਹੀਂ ਜੀ ਹੁੰਦਾ। ਉੱਥੇ ਜੇ ਰੱਬ ਨੇ ਦੇ ਦਿੱਤਾ ਤਾਂ ਵੀ ਸ਼ੁਕਰਾਨਾ ਹੈ, ਜੇ ਨਹੀਂ ਦਿੱਤਾ ਤਾਂ ਵੀ ਸ਼ੁਕਰਾਨਾ ਹੈ। ਜੇ ਕੁਝ ਖੋ ਲਿਆ ਤੇ ਫਿਰ ਵੀ ਭਾਣਾ ਸਮਝ ਕੇ ਪਿੰਡੇ ਤੇ ਹੰਡਾਵੇਗਾ। ਕੋਈ ਤਾਨਾ ਨਹੀਂ, ਕੋਈ ਮਿਹਣਾ ਨਹੀਂ। ਗੁਰੂ ਸਮੁੰਦਰ ਹੈ, ਸਾਡਾ ਜੀਵਨ ਇੱਕ ਨਦੀ ਦੀ ਨਿਆਈ ਹੈ। ਪਰ ਹਾਂ, ਗੁਰੂ ਸਾਹਿਬ ਜੀ ਦਾ ਇੱਕ ਬਚਨ ਆਉਂਦਾ, ਕਹਿੰਦੇ ਮਿਲਿਆ ਹੋਏ ਨਾ ਵਿਛੜੈ। ਜੇ ਮਿਲਿਆ ਹੋਏ, ਜੇ ਕੋਈ ਮਿਲ ਜਾਵੇ ਤੇ ਯਾਦ ਰੱਖੋ ਮੁੜ ਕੇ ਫਿਰ ਕਦੇ ਉਹਦਾ ਵਿਛੋੜਾ ਨਹੀਂ ਜੇ ਹੋ ਸਕਦਾ। ਹਾਂ, ਪਹਿਲੋਂ ਮਿਲਣਾ ਜ਼ਰੂਰੀ ਹੈ। ਜਿਹੜਾ ਮਿਲ ਗਿਆ ਉਹਦਾ ਧਿਆਨ ਵੀ ਇਕਾਗਰ ਹੋ ਜਾਵੇਗਾ, ਚਾਹੇ ਉਹ ਕਿਤੇ ਠੇਕੇ ਦੇ ਸਾਹਮਣੇ ਉਹ ਲੰਘਦਾ ਗੁਜ਼ਰ ਜਾਵੇ, ਚਾਹੇ ਉਹ ਕਿਤੇ ਸੰਗਤ ਦੇ ਨੇੜੇ ਜਾ ਕੇ ਬੈਠ ਜਾਵੇ, ਪਰ ਉਹਦਾ ਧਿਆਨ ਨਹੀਂ ਭਟਕੇਗਾ, ਕਿਉਂਕਿ ਉਹ ਮਿਲਿਆ ਹੋਇਆ ਹੈ। ਮਿਲਿਆ ਹੋਇਆ ਕਦੇ ਵਿਛੜਦਾ ਨਹੀਂ। ਗੁਰੂ ਸਾਹਿਬ ਜ਼ਿਕਰ ਕਰਦੇ ਨੇ ਕਿ ਤੂੰ ਚਰਨਾਂ ਦਾ ਧਿਆਨ ਧਰ, ਆਪਣੇ ਗੁਰੂ ਦਾ ਧਿਆਨ ਧਰ ਕੇ ਆ। ਮੈਨੂੰ ਚਲੋ ਇੱਕ ਹੋਰ ਗੱਲ ਸਾਖੀ ਹੈ ਜੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਆਉਂਦੀ। ਅਸੀਂ ਸਾਰੇ ਗੁਰਦੁਆਰੇ ਆਉਂਦੇ ਹਾਂ। ਮੈਂ ਇਕਾਗਰਤਾ ਦੀ ਗੱਲ ਕਰ ਰਿਹਾ, ਧਿਆਨ ਦੀ ਗੱਲ ਕਰ ਰਿਹਾ। ਜਿਹੜਾ ਸ਼ਬਦ ਅੱਜ ਭਾਈ ਸਾਹਿਬ ਨੇ ਪੜ੍ਹਿਆ, ਕਹਿੰਦੇ ਬਖਤਾਵਰ ਮਲ ਹਰੀ ਕੇ 15 ਪਿੰਡਾਂ ਦਾ ਚੌਧਰੀ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਲ ਮਿੱਤਰਤਾ ਸੀ ਉਹਦੀ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਿਲਿਆ, ਉਹ ਕਹਿਣ ਲੱਗਾ ਮੈਂ ਇਲਾਕੇ ਦਾ ਚੌਧਰੀ, 15 ਪਿੰਡ ਮੇਰੇ ਅਧੀਨ ਨੇ, ਮੈਂ ਇਹਨਾਂ 15 ਪਿੰਡਾਂ ਨੂੰ ਆਪਣੇ ਕੋਲੋਂ ਖਰਾਤ ਦਿੰਦਾ ਹਾਂ, ਧਨ ਦੌਲਤ ਸ਼ੌਹਰਤਾਂ ਵੀ ਦਿੰਦਾ ਜਦੋਂ ਲੋੜ ਪੈਂਦੀ। ਮੇਰੇ ਕੋਲ ਬਹੁਤ ਕੁਝ ਹੈ। ਮਹਿਲ ਸੀ ਨਾ ਅੰਦਰ, ਇਹ ਵੀ ਬੜੀ ਵੱਡੀ ਗੱਲ ਹੈ, ਹੋ ਜਾਂਦੀ ਹੈ। ਬਹੁਤ ਧਨ ਦੌਲਤ ਸ਼ੌਹਰਤ ਹੋਵੇ, ਦਾਨ ਦਿੰਦਿਆਂ ਵੀ ਅੰਦਰ ਮੈਲ ਦਾ ਜਿਹੜਾ ਉਹ ਚੇਤਨਾ ਜਾਗ ਉੱਠਦੀ, ਮੈਲ ਦੀ ਭਾਵਨਾ ਆ ਜਾਂਦੀ ਹੈ ਕਿ ਮੈਂ ਇੰਨਾ ਦਾਨ ਦਿੰਦਾ। ਉਹ ਕਹਿਣ ਲੱਗਾ ਮੇਰੇ ਕੋਲ ਇੰਨਾ ਕੁਝ ਮੈਂ ਦਿੰਦਾ ਹਾਂ। ਮੈਂ ਸੁਣਿਆ ਤੁਹਾਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਦਿੱਤਾ ਹੈ ਤੇ ਤੁਸੀਂ ਵੀ ਕੁਝ ਦਿਓ। ਧੰਨ ਗੁਰੂ ਅੰਗਦ ਦੇਵ ਮਹਾਰਾਜ ਹੱਥ ਜੋੜ ਕੇ ਕਹਿਣ ਲੱਗੇ ਚੌਧਰੀ ਜੀ, ਤੁਹਾਡੀ ਹੋਂਦ ਹੈ, ਤੁਹਾਡਾ ਵਜੂਦ ਹੈ, ਤੁਸੀਂ ਆਪਣੀ ਹੋਂਦ ਨੂੰ ਦਰਸਾਉਂਦੇ ਪਏ ਹੋ। ਯਾਦ ਰੱਖੋ, ਜਿਸ ਬਾਬੇ ਨਾਨਕ ਕੋਲ ਮੈਂ ਜਾ ਕੇ ਕੁਝ ਸਿੱਖਿਆ ਹੈ, ਉਸ ਬਾਬੇ ਨਾਨਕ ਦੀ ਸਿੱਖਿਆ ਨੇ ਮੇਰੀ ਹੋਂਦ ਨੂੰ ਮੁਕਾ ਕੇ ਮੈਨੂੰ ਅਣਹੋਂਦ ਕਰ ਦਿੱਤਾ ਹੈ। ਮੈਂ ਫਿਰ ਸ਼ਬਦ ਦੁਹਰਾ ਦਿੰਦਾ, ਕਹਿਣ ਲੱਗੇ ਮੇਰੀ ਹੋਂਦ ਨੂੰ ਮਿਟਾ ਕੇ, ਕਿ ਲੈਣੇ ਦੀ ਕੋਈ ਹਸਤੀ ਸੀ, ਕਹਿੰਦੇ ਮੇਰੀ ਹੋਂਦ ਨੂੰ ਮਿਟਾ ਕੇ ਬਾਬੇ ਨਾਨਕ ਨੇ ਅਣਹੋਂਦ ਕਰ ਦਿੱਤਾ ਹੈ। ਮੇਰਾ ਤੇ ਕੁਝ ਹੈ ਹੀ ਨਹੀਂ। ਮੇਰਾ ਕੁਝ ਹੋਵੇ ਤੇ ਮੈਂ ਤੁਹਾਨੂੰ ਕੁਝ ਦੇਵਾਂ ਨਾ। ਇਹ ਤੇ ਸਭ ਕੁਝ ਬਾਬੇ ਨਾਨਕ ਦਾ ਹੈ। ਇਹ ਹੈ ਮਿਲੇ ਹੋਏ ਦੀ ਨਿਸ਼ਾਨੀ, ਇਹ ਹੈ ਧਿਆਨ ਧਰਨ ਦੀ ਨਿਸ਼ਾਨੀ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਮੇਰਾ ਕੁਝ ਹੋਵੇ ਤੇ ਕੁਝ ਦੇਵਾਂ ਨਾ, ਮੇਰਾ ਕੁਝ ਹੈ ਨਹੀਂ। ਅੱਜ ਦੇ ਸ਼ਬਦ ਦੇ ਵਿੱਚ ਲੜੀਵਾਰ ਜਿਹੜਾ ਅਸੀਂ ਸ਼ਬਦ ਆਰੰਭ ਕਰਨਾ ਹੈ, ਜਿਹੜਾ ਆਪ ਜੀ ਨੇ ਭਾਈ ਸਾਹਿਬ ਜੀ ਕੋਲੋਂ ਸੁਣਿਆ, ਉਹ ਸ਼ਬਦ ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦਾ ਨਾਂ ਹੈ। ਵੈਸੇ ਇਹ ਇੱਕ ਰਾਗਣੀ ਹੈ ਔਰ ਇਹਦੇ ਵਿੱਚ ਸ੍ਰੀ ਰਾਗ ਸਮਿਲਿਤ ਹੈ। ਸ੍ਰੀ ਰਾਗ ਦੀ ਤਰਜ ਇਹਦੇ ਨਾਲ ਆ ਕੇ ਰਲਦੀ ਹੈ। ਦਿਨ ਦੇ ਚੌਥੇ ਪਹਿਰ ਦਾ ਇਹ ਰਾਗ ਹੈ। ਗੁਰੂ ਸਾਹਿਬ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 3 ਨੰਬਰ ਇਸ ਰਾਗ ਦਾ। ਗੌੜੀ ਮਹੱਲਾ ਦਾ ਅਰਥ ਹੁੰਦਾ ਹੈ ਘਰ, ਹਿਰਦਾ। ਉਹ ਹਿਰਦਾ ਜਿਸ ਹਿਰਦੇ ਵਿੱਚੋਂ ਬਾਣੀ ਪ੍ਰਗਟ ਹੋਈ ਹੈ, ਉਹ ਹਿਰਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ।
ਗੌੜੀ ਮਹੱਲਾ ਪੰਜਵਾਂ। ਗੁਰੂ ਸਾਹਿਬ ਕਹਿੰਦੇ ਨੇ, ਪ੍ਰਭ ਕੇ ਚਰਨ ਮਨ ਮਾਹੇ ਧਿਆਨ। ਕਹਿੰਦੇ ਇੱਕ ਕੰਮ ਕਰ ਗੁਰੂ ਦੇ ਸਿੱਖਾ, ਤੂੰ ਆਪਣੇ ਪ੍ਰਭੂ ਦੇ ਚਰਨਾਂ ਦਾ ਧਿਆਨ ਧਰ, ਹੋਰ ਕੋਈ ਸੱਜੇ ਖੱਬੇ ਧਿਆਨ ਧਰਨ ਦੀ ਤੈਨੂੰ ਲੋੜ ਨਹੀਂ। ਤੇਰਾ ਗੁਰੂ ਸਮਰੱਥ ਹੈ, ਤੇਰਾ ਪਰਮਾਤਮਾ ਸਮਰੱਥ ਹੈ। ਪ੍ਰਭ ਕੇ ਚਰਨ ਮਨ ਮਾਹੇ, ਮਨ ਦਾ ਅਰਥ ਹੈ, ਮਨ ਮਾਹੇ ਦਾ ਅਰਥ ਹੈ ਵਿੱਚ, ਮਨ ਦੇ ਵਿੱਚ ਆਪਣੇ ਪ੍ਰਭੂ ਦੇ ਚਰਨਾਂ ਦਾ ਧਿਆਨ ਜੁੜ। ਭਾਵ ਕੇਵਲ ਤੇ ਕੇਵਲ ਧਿਆਨ ਧਰਨਾ ਹੈ ਆਪਣੇ ਪਰਮਾਤਮਾ ਦਾ ਧਰ। ਫਿਰ ਕਹਿੰਦੇ ਸਗਲ ਤੀਰਥ ਮੱਜਨ ਇਸ਼ਨਾਨ। ਕਹਿੰਦੇ ਜਦੋਂ ਤੂੰ ਆਪਣੇ ਗੁਰੂ ਦਾ ਧਿਆਨ ਧਰੇਗਾ, ਯਾਦ ਰੱਖੀ ਤੈਨੂੰ ਸਾਰੇ ਤੀਰਥਾਂ ਦਾ ਫਲ ਜਿਹੜਾ ਹੈ ਉਹ ਤੇਰੇ ਹਿਰਦੇ ਦੇ ਵਿੱਚੋਂ ਤੈਨੂੰ ਪ੍ਰਾਪਤ ਹੋ ਜਾਵੇਗਾ। ਮੈਂ ਥੋੜਾ ਜਿਹਾ ਇੱਥੇ ਵਿਚਾਰ ਨੂੰ ਖੋਲ ਦਿੰਦਾ। ਇਹਦਾ ਇਹ ਮਤਲਬ ਨਹੀਂ ਕਿ ਤੀਰਥਾਂ ਦਾ ਖੰਡਨ ਹੈ। ਹਾਂ, ਗੁਰੂ ਦੇ ਸਿੱਖੋ, ਜਦੋਂ ਤੀਰਥ ਨਹਾਉਣ ਜਾਈਏ ਨਾ, ਉਦੋਂ ਇਹ ਸ਼ਰਤ ਜ਼ਰੂਰ ਬਾਬੇ ਨਾਨਕ ਨੇ ਰੱਖੀ ਹੈ ਕਿ ਤੀਰਥ ਨਹਾਵਾਂ ਜੇ ਤਿਸ ਭਾਵਾਂ, ਵਿਣ ਭਾਣੈ ਕੇ ਨਹਾਏ ਕਰੀ। ਨਹਾਤਾ ਹੋਇਆ ਪ੍ਰਵਾਨ ਤਾਂ ਹੈ ਜੇ ਗੁਰੂ ਨੂੰ ਪ੍ਰਵਾਨ ਹੋ ਜਾਵੇ। ਜੇ ਗੁਰੂ ਨੂੰ ਪ੍ਰਵਾਨ ਨਹੀਂ ਹੋਇਆ, ਭਾਵੇਂ 100 ਚੁੱਭੀਆਂ ਵੀ ਸਰੋਵਰ ਦੇ ਵਿੱਚ ਜਾ ਕੇ ਲਾ ਲੇ ਤੇ ਉਹ ਤੇਰੀ ਥਾਂ ਨਹੀਂ ਪੈਣੀ। ਅੰਤਰ ਮੈਲ ਜੇ ਤੀਰਥ ਨਾਵੇ, ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣੇ ਕਛੂ ਨਾ ਹੋਵੇ, ਨਾ ਹੀ ਰਾਮ ਅੰਨ। ਬਾਬਾ ਕਬੀਰ ਸਾਹਿਬ ਆਸਾ ਰਾਗ ਦੇ ਵਿੱਚ ਦਰਸਾਉਂਦੇ ਨੇ, ਕਹਿੰਦੇ ਤੂੰ ਨਹਾਉਣ ਜਾਣਾ ਹੈ, ਇਸ਼ਨਾਨ ਕਰਨ ਜਾਣਾ ਹੈ। ਹਿੰਦੁਸਤਾਨ ਦੇ ਵਿੱਚ 68 ਤੀਰਥਾਂ ਨੂੰ ਬੜੀ ਵੱਡੀ ਮਹਾਨਤਾ ਦਿੱਤੀ ਗਈ ਹੈ, ਪਰ ਯਾਦ ਰੱਖਿਓ ਕੱਲਾ ਪਾਣੀ ਦੇ ਵਿੱਚ ਡੁਬਕੀ ਲਾਉਣ ਦੇ ਨਾਲ ਅੰਦਰ ਨਹੀਂ ਮੈਲ ਨਹੀਂ ਧੁੱਪਦੀ। ਬਨਾਰਸ ਦੇ ਵਿੱਚ ਬਹੁਤ ਲੋਕ ਇਸ਼ਨਾਨ ਕਰਦੇ ਸਨ, ਪ੍ਰਯਾਗਰਾਜ ਤੇ ਜਾ ਕੇ ਇਸ਼ਨਾਨ ਕਰਦੇ ਨੇ। ਹੁਣ ਉੱਥੇ ਸੰਤ ਬਿਰਤੀ ਤੇ ਪੈਦਾ ਹੋਈ ਨਹੀਂ, ਸਗੋਂ ਗੁਰਬਾਣੀ ਨੇ ਕਿਹਾ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਜੇ ਸਾਰਿਆਂ ਦਾ ਪ੍ਰਵਾਨ ਹੋਇਆ ਹੁੰਦਾ, ਜੇ ਮੈਲ ਧੁੱਪੀ ਹੁੰਦੀ, ਹੋ ਸਕਦਾ ਸਾਰੇ ਸੰਤ ਬਣ ਜਾਂਦੇ, ਪਰ ਕਹਿੰਦੇ ਸੰਤ ਨਹੀਂ ਬਣੇ, ਸਗੋਂ ਠੱਗ ਬਣੇ ਨੇ। ਮੇਰੇ ਕਹਿਣ ਤੋਂ ਭਾਵ ਕੀ ਹੈ? ਯਾਦ ਰੱਖੋ, ਪਾਣੀ ਦੇ ਨਾਲ ਮਨ ਦੀ ਮੈਲ ਦਾ ਕੋਈ ਸੰਬੰਧ ਨਹੀਂ। ਪਾਣੀ ਸਾਡੀ ਬਾਹਰੀ ਖਲੜੀ ਨੂੰ ਧੋਂਦਾ ਹੈ, ਸਵਾਰਦਾ ਹੈ, ਨਿਖਾਰਦਾ ਹੈ। ਮੈਂ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸਰੋਵਰ ਦੇ ਜਲ ਦੇ ਵਿੱਚ ਬਾਣੀ ਦਾ ਪ੍ਰਤਾਪ ਇੰਨਾ ਹੋ ਜਾਂਦਾ ਹੈ ਕਿ ਤੁਹਾਡੇ ਸਰੀਰਕ ਰੋਗ ਨੂੰ ਮਿਟਾ ਸਕਦਾ ਹੈ, ਤੁਹਾਡੀ ਚਮੜੀ ਦੇ ਰੋਗ ਨੂੰ ਖਤਮ ਕਰ ਸਕਦਾ ਹੈ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਪਾਪ ਕਮਾਏ ਹੋਏ ਉਤਰ ਗਏ। ਚਮੜੀ ਦੇ ਰੋਗ ਮੈਂ ਬੇਨਤੀ ਕਰਾਂ ਹੋ ਸਕਦੇ ਨੇ, ਪਰ ਯਾਦ ਰੱਖੋ, ਜੇ ਕਹੀਏ ਕਾਮ ਦੀ ਬਿਰਤੀ ਪਾਣੀ ਨਾਲ ਧੋਤੀ ਜਾਵੇ ਤੇ ਨਹੀਂ ਧੋਤੀ ਜਾਵੇਗੀ। ਜੇ ਕ੍ਰੋਧ ਦੀ ਮੈਲ ਪਾਣੀ ਨਾਲ ਧੋਤੀ ਜਾਵੇ ਤੇ ਨਹੀਂ ਧੋਤੀ ਜਾਵੇਗੀ। ਜੇ ਕੋ ਲੋਭ ਨੂੰ ਪਾਣੀ ਨਾਲ ਧੋ ਲਈਏ ਨਹੀਂ ਧੋਤਾ ਜਾਵੇਗਾ। ਜੇ ਕਹੀਏ ਹੰਕਾਰ ਨੂੰ, ਮੋਹ ਨੂੰ, ਇਸ ਮੈਲ ਨੂੰ ਪਾਣੀ ਨਾਲ ਧੋ ਲਈਏ ਤੇ ਨਹੀਂ ਧੋਤਾ ਜਾਵੇਗਾ। ਗੁਰੂ ਸਾਹਿਬ ਕਹਿੰਦੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਕਵੇਂ ਕਿ ਮੈਂ ਵਾਰ-ਵਾਰ ਇਸ਼ਨਾਨ ਕਰ ਲਿਆ, ਮੈਂ ਪਾਕ ਹੋ ਗਿਆ, ਪਵਿੱਤਰ ਹੋ ਗਿਆ, ਸੁਚਮਤਾ ਵਾਲੀ ਗੱਲ ਬਣ ਗਈ। ਕਹਿੰਦੇ ਨਹੀਂ, ਭੁਲੇਖੇ ਦੇ ਵਿੱਚ ਹੈ, ਸੁਚਮਤਾ ਨਹੀਂ ਆਈ। ਕਹਿੰਦੇ ਫਿਰ ਕਿਵੇਂ ਹੋਵੇਗਾ? ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ। ਹੱਥ ਪੈਰ ਮਲੀਨ ਹੋ ਜਾਣ ਤੇ ਪਾਣੀ ਨਾਲ ਧੋ ਲੈ ਜਾਂਦੇ ਨੇ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ। ਮੂਤ ਪਲੀਤੀ ਕੱਪੜ ਹੋਏ, ਜੇ ਕੱਪੜੇ ਮੈਲੇ ਹੋ ਜਾਣ, ਮਲੀਨਤਾ ਦੇ ਨਾਲ ਭਰ ਜਾਣ, ਗੁਰੂ ਸਾਹਿਬ ਕਹਿੰਦੇ ਉਹ ਸਾਬਣ ਦੇ ਸਾਬੂਣ। ਇੱਥੇ ਕਈ ਸਾਬਣ ਹੀ ਪੜ ਜਾਂਦੇ ਮੇਰੇ ਗੁਰਵੀਰ, ਸਾਬਣ ਨਹੀਂ ਸਾਬੂਣ ਦਲੰਕੜ ਲੱਗਾ ਹੈ। ਦੇ ਸਾਬੂਣ ਲਈਐ ਉਹ ਧੋਏ, ਧੋ ਲੈ ਜਾਂਦੇ ਨੇ। ਪਰ ਕਹਿੰਦੇ ਜੇ ਹੁਣ ਮਤ ਮੈਲ ਦੇ ਨਾਲ ਭਰ ਜਾਵੇ, ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਨਾਮ ਹੈ, ਬੰਦਗੀ ਹੈ, ਸਿਮਰਨ ਹੈ ਵਾਹਿਗੁਰੂ ਦਾ, ਜਿਹੜੇ ਤੇਰੇ
ਅੰਦਰ ਦੀ ਮੈਲ ਨੂੰ ਧੋ ਕੇ ਰੱਖ ਦੇਵੇਗਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਪ੍ਰਭੂ ਦਾ ਸਿਮਰਨ ਕਰਦਿਆਂ ਤੀਰਥ ਵਾਲੀ ਭਾਵਨਾ ਅੰਦਰ ਬਣ ਜਾਵੇਗੀ, ਤੀਰਥ ਬਣ ਜਾਵੇਗਾ ਤੇਰੇ ਲਈ ਸਿਮਰਨ ਕੀਤਾ ਹੋਇਆ। ਇੱਕ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਆਉਂਦਾ, 68 ਤੀਰ ਸਗਲ ਪੁਨ ਜੀ ਦਇਆ ਪ੍ਰਵਾਨ। ਜੇ ਤੂੰ ਤੀਰਥਾਂ ਤੇ ਵੀ ਨਹਾਉਣ ਤੁਰਿਆ ਜਾਵੇਂ ਤੇ ਪਾਪ ਕਰਨੋਂ ਤੂੰ ਹਟੇ ਨਾ, ਫਿਰ ਉਸ ਨਾਤੇ ਦਾ ਕੋਈ ਫਾਇਦਾ ਨਹੀਂ। ਗੁਰੂ ਸਾਹਿਬ ਕਹਿੰਦੇ ਜੇ ਤੇਰੇ ਅੰਦਰ ਦਇਆ ਹੈ, ਤੇਰੇ ਅੰਦਰ ਦਇਆ ਦੀ ਭਾਵਨਾ ਜਾਗਦੀ ਹੈ, ਪਾਪ ਨਹੀਂ ਪੁੰਨ ਦੀ ਭਾਵਨਾ ਪੈਦਾ ਹੁੰਦੀ ਹੈ, ਯਾਦ ਰੱਖੀ ਕਹਿੰਦੇ ਉਹ 68 ਤੀਰਥਾਂ ਦੇ ਬਰਾਬਰ ਹੈ। ਇਹ ਕਈ ਵਾਰ ਨਾ ਅਸੀਂ ਇਹ ਪੰਕਤੀ ਪੜ੍ਹ ਜਾਂਦੇ ਹਾਂ, ਜਲ ਕੇ ਮੱਜਣ ਜੇ ਗਤ ਹੋਵੇ ਨਿਤ ਨਿਤ ਮਿੰਡ ਕੁਨਾਵੇ। ਜੇ ਜਲ ਦੇ ਵਿੱਚ ਇਸ਼ਨਾਨ ਕੀਤਿਆਂ ਗਤੀ ਹੁੰਦੀ ਹੋਵੇ ਤੇ ਡੱਡੂ ਕਹਿੰਦੇ ਪਾਣੀ 'ਚ ਰਹਿੰਦਾ ਹੈ। ਪਰ ਇਹਦੀਆਂ ਉੱਪਰਲੀਆਂ ਪੰਕਤੀਆਂ ਨੂੰ ਪੜ੍ਹੋ, ਜੇ ਇਸ ਤਰੀਕੇ ਨਾਲ ਇਸ਼ਨਾਨ ਕਰਦੇ ਹੋ ਤੇ ਫਿਰ ਡੱਡੂ ਵਾਲੀ ਬਿਰਤੀ ਹੈ। ਅੰਤਰ ਮੈਲ ਜੇ ਤੀਰਥ ਨਹਾਵੇ ਤਿਸ ਬੈਕੁੰਠ ਨਾ ਜਾਣਾ। ਬਾਬਾ ਕਬੀਰ ਸਾਹਿਬ ਦਾ ਸ਼ਬਦ ਆਰੰਭ ਇੱਥੋਂ ਹੁੰਦਾ ਹੈ। ਸਾਰੇ ਪ੍ਰਕਰਨ ਨੂੰ ਵੇਖੀਏ, ਅਸੀਂ ਕਈ ਵਾਰ ਖੰਡਤਾ ਕਰਨ ਲੱਗ ਪੈਂਦੇ ਹਾਂ ਤੀਰਥਾਂ ਦੀ। ਗੁਰੂ ਸਾਹਿਬ ਕਹਿੰਦੇ ਅੰਤਰ ਮੈਲ ਜੇ ਤੀਰਥ ਨਹਾਵੇ ਤਿਸ ਬੈਕੁੰਠ ਨਾ ਜਾਣਾ। ਲੋਕ ਪਤੀਣੇ ਕਛੂ ਨਾ ਹੋਵੇ ਨਾਹੀ ਰਾਮ ਇਆਨਾ। ਜੇ ਅੰਦਰ ਮੈਲ ਹੈ, ਮੈਲ ਦੇ ਨਾਲ ਭਰਿਆ ਹੋਇਆ ਤੂੰ ਬਾਹਰੀ ਸਰੀਰ ਦਾ ਇਸ਼ਨਾਨ ਕਰਦਾ ਪਿਆ ਤੇ ਕਹਿੰਦੇ ਉਹ ਤੀਰਥ ਨਹਾਤਾ ਹੋਇਆ ਪ੍ਰਵਾਨ ਨਹੀਂ ਹੋਣਾ। ਉਹ ਕਦੇ ਪ੍ਰਵਾਨ ਨਹੀਂ ਹੋਵੇਗਾ। ਸਿੱਖੋ, ਪਰਮਾਤਮਾ ਇਆਣਾ ਨਹੀਂ ਹੈ, ਲੋਕ ਪਤੀਣੇ ਕਛੂ ਨਾ ਹੋਵੇ। ਹਾਂ, ਜੇ ਕੋਈ ਰੋਜ਼ ਸਵੇਰੇ ਸ਼ਾਮ ਆ ਕੇ ਤੀਰਥ ਯਾਤਰਾ ਕਰਦਾ ਹੋਵੇ, ਇਸ਼ਨਾਨ ਕਰਦਾ ਹੋਵੇ, ਲੋਕਾਂ ਦੀ ਨਿਗਾਹ ਦੇ ਵਿੱਚ ਉਹ ਬੰਦਾ ਧਾਰਮਿਕ ਹੋ ਸਕਦਾ ਹੈ। ਮੈਂ ਪਹਿਲਾਂ ਵਚਨ ਕਿਹਾ ਸੀ, ਲੋਕ ਬਾਹਰ ਮੁਖੀ ਨੇ, ਗੁਰੂ ਅੰਤਰਮੁਖੀ ਹੈ। ਆਪ ਜੀ ਨੂੰ ਗੱਲ ਪਕੜ ਦੇ ਵਿੱਚ ਸਮਝ ਦੇ ਵਿੱਚ ਆ ਜਾਵੇਗੀ। ਲੋਕ ਬਾਹਰ ਮੁਖੀ ਨੇ, ਗੁਰੂ ਅੰਤਰਮੁਖੀ ਹੈ। ਪਰਮਾਤਮਾ ਦਾ ਸੰਬੰਧ ਅੰਤਰ ਆਤਮੇ ਨਾਲ ਹੈ, ਸਰੀਰ ਨਾਲ ਨਹੀਂ। ਸ਼ਬਦ ਦਾ ਸੰਬੰਧ ਅੰਤਰ ਆਤਮੇ ਨਾਲ ਹੈ। ਗੁਰੂ ਸਾਹਿਬ ਕਹਿੰਦੇ ਨੇ ਜੇ ਤੇ ਅੰਦਰ ਕਪਟ ਰੱਖ ਕੇ ਇਸ਼ਨਾਨ ਕਰੇਗਾ, ਲੋਕਾਂ ਦੀ ਨਿਗਾਹ ਦੇ ਵਿੱਚ ਧਰਮੀ ਹੋ ਸਕਦਾ ਹੈ, ਪਰ ਯਾਦ ਰੱਖੀ ਪਰਮਾਤਮਾ ਦੀ ਨਿਗਾਹ ਦੇ ਵਿੱਚ ਤੇਰਾ ਨਾਤਾ ਹੋਇਆ ਪ੍ਰਵਾਨ ਨਹੀਂ ਹੋਵੇਗਾ। ਪੂਜੋ ਰਾਮ ਏਕ ਹੀ ਦੇਵਾ ਸਾਚਾ ਨਹਾਵਣ ਗੁਰ ਕੀ ਸੇਵਾ। ਆਹ ਸੱਚਾ ਨਹਾਉਣਾ ਹੈ। ਫਿਰ ਅੱਗੇ ਬਚਨ ਆਉਂਦਾ, ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ ਮਿੰਡੁਕ ਨਾਵੇ। ਜੈਸੇ ਮਿੰਡੁਕ ਤੈਸੇ ਓਏ ਨਰ ਫਿਰ ਜੂਨੀ ਆਵੇ। ਜੇ ਇਸ ਤਰ੍ਹਾਂ ਦਾ ਇਸ਼ਨਾਨ ਕਰਦਾ ਹੈ, ਗੁਰੂ ਸਾਹਿਬ ਕਹਿੰਦੇ ਫਿਰ ਇਦਾਂ ਤੇ ਫਿਰ ਡੱਡੂ ਨਿਤ ਪਾਣੀ ਦੇ ਵਿੱਚ ਨਹਾਉਂਦਾ ਹੈ, ਉਹਦੀ ਕਿਤੇ ਮੁਕਤੀ ਥੋੜਾ ਹੋ ਜਾਂਦੀ ਹੈ, ਉਹਦਾ ਵਾਸਾ ਕਿਤੇ ਬੈਕੁੰਠ ਦੇ ਵਿੱਚ ਥੋੜਾ ਹੋ ਜਾਂਦਾ ਹੈ। ਫਿਰ ਬੰਦਿਆ ਤੇਰਾ ਵੀ ਜੀਵਨ ਆਉਣ ਜਾਣ ਵਾਰ-ਵਾਰ ਬਣਿਆ ਰਹੇਗਾ, ਬਣਿਆ ਰਹੇਗਾ। ਯਾਦ ਰੱਖਿਓ, ਆਉਣਾ ਤੇ ਜਾਣਾ ਵੀ ਇੱਕ ਤਰ੍ਹਾਂ ਦੀ ਬੜੀ ਵੱਡੀ ਸਜ਼ਾ ਹੈ। ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਗੁਰੂ ਸਾਹਿਬ ਕਹਿੰਦੇ ਇਹ ਸਜ਼ਾ ਹੈ। ਜੰਮਦਾ ਹੈ, ਮਰਦਾ ਹੈ, ਮਰਦਾ ਹੈ, ਫਿਰ ਜੰਮਦਾ ਹੈ, ਜੰਮ ਕੇ ਫਿਰ ਮਰਦਾ ਹੈ। ਇੱਕ ਤਰ੍ਹਾਂ ਦੀ ਸਜ਼ਾ ਹੈ, ਬਹੁਤ ਲੰਮੀ ਸਜ਼ਾ ਹੈ। ਫਿਰ ਛੋਟੀ ਸਜ਼ਾ ਨਹੀਂ, 10-20 ਸਾਲ ਦੀ, 30 ਸਾਲ ਦੀ, 50 ਸਾਲ ਦੀ ਸਜ਼ਾ ਨਹੀਂ, ਜਨਮਾਂ ਜਨਮਾਂ ਦੀ ਸਜ਼ਾ ਹੈ। 84 ਲੱਖ ਗੇੜ ਦੀ ਸਜ਼ਾ ਹੈ। ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਇੰਨੀ ਲੰਮੀ ਸਜ਼ਾ ਕਿ ਲੰਮੇ ਦੇਸ਼ਾਂ ਦੀ ਵਾਟ ਬਣ ਗਈ, ਲੰਮੇ ਦੇਸ਼ਾਂ ਦੀ ਵਾਟ ਬਣ ਗਈ। ਮੈਂ ਥੋੜਾ ਜਿਹਾ ਇਸ ਪਾਸੇ ਗੱਲ ਕਰ ਰਿਹਾ, ਤੀਰਥ ਇਸ਼ਨਾਨ। ਇੱਕ ਬਚਨ ਆਪ ਜੀ ਨਾਲ ਹੋਰ ਸਾਂਝਾ ਕਰ ਦਿੰਦਾ, ਕੌੜਾ ਸੱਚ ਹੈ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਜੇ ਇਹੋ ਜਿਹਾ ਇਸ਼ਨਾਨ ਹੈ, ਇੱਕ ਪਾਉ ਲੱਥੀ ਨਹਾਤਿਆਂ ਦੋਏ ਪਾ ਚੜੀਏ ਸਹੋਰ। ਨਹਾਉਣ ਗਿਆ ਤੀਰਥਾਂ ਤੇ ਮਨ ਖੋਟਾ ਹੈ, ਤਨ ਚੋਰ ਹੈ। ਕਿ ਗੁਰੂ ਘਰ ਜਾ ਕੇ ਬੰਦਾ ਨਿੰਦਿਆ ਨਹੀਂ ਕਰਦਾ? ਕਿ ਰੱਬ ਦੇ ਦੁਆਰੇ ਆ ਕੇ ਬੰਦਾ ਨਿੰਦਾ ਸੁਣਦਾ ਨਹੀਂ? ਨਿੰਦਿਆ ਕਰਦਾ ਹੈ, ਨਿੰਦਿਆ ਸੁਣਦਾ ਹੈ। ਅੱਖਾਂ ਬਹੁਤ ਕੁਝ ਚੋਰੀ ਕਰਦੀਆਂ ਨੇ, ਕੰਨ ਬਹੁਤ ਕੁਝ ਸੁਣਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਫਿਰ ਇਸ ਤਰ੍ਹਾਂ ਦਾ ਨਾਤਾ ਹੋਇਆ ਪ੍ਰਵਾਨ ਨਹੀਂ। ਗਿਆ ਸਾ ਇੱਕ ਪਾਪ ਲਾਉਣ ਵਾਸਤੇ, ਲਾਉਣ ਦੀ ਬਜਾਏ ਸਗੋਂ 2 ਹੋਰ ਚੜਾ ਕੇ ਵਾਪਸ ਆ ਗਿਆ ਘਰ ਦੇ ਵਿੱਚ, ਲੱਥਾ ਨਹੀਂ ਹੈ।
ਗੁਰੂ ਸਾਹਿਬ ਜੀ ਦਾ ਇੱਕ ਸ਼ਬਦ ਆਉਂਦਾ ਹੈ, ਉਹ ਕਹਿੰਦੇ ਨੇ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਦੋ ਤਰ੍ਹਾਂ ਦਾ ਇਸ਼ਨਾਨ ਹੈ। ਜਿਸ ਵੇਲੇ ਬਾਹਰੀ ਚੁੱਭੀ ਸਰੋਵਰ ਦੇ ਵਿੱਚ ਲਾਉਂਦੇ ਹੋ, ਮਨ ਦੀ ਚੁੱਭੀ ਸ਼ਬਦ ਦੇ ਸਮੁੰਦਰ ਦੇ ਵਿੱਚ ਲਾਇਆ ਕਰੋ, ਸ਼ਬਦ ਦੇ ਸਰੋਵਰ ਦੇ ਵਿੱਚ ਲਾਇਆ ਕਰੀਏ। ਬਾਹਰੀ ਇਸ਼ਨਾਨ ਕਰ ਲਿਆ, ਗੁਰੂ ਘਰ ਦੇ ਵਿੱਚ ਬੈਠ ਕੇ ਮਨ ਨੂੰ ਧੋਣਾ ਹੈ, ਸ਼ਬਦ ਨੇ ਮਨ ਨੂੰ ਧੋਣਾ ਹੈ। ਗੁਰੂ ਸਾਹਿਬ ਕਹਿੰਦੇ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗਿਆਨ ਹੀ ਗੁਰੂ ਦਾ ਸਭ ਤੋਂ ਵੱਡਾ ਤੀਰਥ ਹੈ, ਕਿਉਂਕਿ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਗਿਆਨ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰ ਦਿੰਦਾ ਹੈ। ਯਾਦ ਰੱਖੋ, ਜੇ 100 ਸਾਲ ਦਰਵਾਜ਼ਾ ਬੰਦ ਹੋਵੇ, 100 ਸਾਲ ਦਰਵਾਜ਼ਾ ਬੰਦ ਹੈ, ਉਹਦਾ ਜਿੰਦਰਾ ਖੋਲ ਦੋ, ਦਰਵਾਜ਼ਾ ਖੋਲ ਦੋ, 100 ਸਾਲ ਦਾ ਹਨੇਰਾ ਸੂਰਜ ਦੀ ਰੌਸ਼ਨੀ 1 ਮਿੰਟ ਦੇ ਵਿੱਚ ਖਤਮ ਕਰ ਦਿੰਦੀ, ਛਿਣ ਦੇ ਵਿੱਚ ਖਤਮ ਕਰਕੇ ਰੱਖ ਦਿੰਦੀ ਹੈ। ਗੁਰੂ ਦਾ ਗਿਆਨ ਇਵੇਂ ਦਾ ਹੈ ਸਿੱਖੋ, ਜੇ ਕਿਸੇ ਦੀ 50 ਸਾਲ ਉਮਰ ਅਗਿਆਨਤਾ ਦੇ ਵਿੱਚ ਵੀ ਲੰਘ ਗਈ, ਮਲੀਨਤਾ ਦੇ ਵਿੱਚ ਵੀ ਗੁਜ਼ਰ ਗਈ, ਤੇ ਘਬਰਾਓ ਨਾ। ਗੁਰੂ ਉਹ ਸੂਰਜ ਹੈ ਜਿਹੜਾ ਇੱਕ ਛਿਣ ਦੇ ਵਿੱਚ 50 ਸਾਲ ਦੀ ਹਨੇਰੇ ਨੂੰ ਖਤਮ ਕਰਕੇ ਰੱਖ ਦੇਵੇਗਾ, ਮਲੀਨਤਾ ਨੂੰ ਖਤਮ ਕਰਕੇ ਰੱਖ ਦੇਵੇਗਾ। ਸਮੁੰਦਰ ਹੈ, ਸੂਰਜ ਹੈ, ਦੀਵਾ ਹੈ। ਇੱਕ ਪੰਕਤੀ ਮੈਂ ਆਪ ਜੀ ਦੇ ਸਾਹਮਣੇ ਰੱਖ ਦਿੰਦਾ। ਅਮਿਐ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਗੁਰੂ ਉਹ ਦਰਿਆ ਹੈ ਜਿਹੜਾ ਆਪਣੇ ਗਿਆਨ ਦੇ ਨਾਲ ਜਨਮਾਂ ਜਨਮੰਤਰਾਂ ਦੀ ਕਾਲਖ ਨੂੰ ਧੋ ਕੇ ਰੱਖ ਦਿੰਦਾ। ਸਾਡਾ ਸਰੀਰ ਇੱਕ ਨਦੀ ਦੀ ਨਿਆਈ ਹੈ। ਨਦੀ ਦੇ ਵਿੱਚ ਮਲੀਨਤਾ ਆ ਜਾਂਦੀ ਹੈ, ਪਰ ਜਦੋਂ ਨਦੀ ਸਮੁੰਦਰ ਦਾ ਰੂਪ ਹੋ ਜਾਵੇ, ਸਮੁੰਦਰ ਨਦੀ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦਾ ਹੈ, ਉਹਦੀ ਸਾਰੀ ਮਲੀਨਤਾ ਨੂੰ ਖਤਮ ਕਰ ਦਿੰਦਾ ਹੈ। ਗੁਰੂ ਵੀ ਬਸ ਇਹੀ ਕੁਝ ਕਰਦਾ ਹੈ, ਸਾਡੇ ਜੀਵਨ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦਾ ਹੈ। ਸਿੱਖ ਦੀ ਮਲੀਨਤਾ ਨੂੰ ਗੁਰੂ ਖਤਮ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਸਿਮਰਨ ਕਰਦਿਆਂ ਕਰਦਿਆਂ ਮੈਲ ਉਤਰ ਜਾਂਦੀ ਹੈ, ਪਰ ਇਹ ਬੜੀ ਸੱਚਾਈ ਹੈ ਕਿ ਸਿਮਰਨ ਕਰਨਾ ਬੜਾ ਔਖਾ। ਆਖਣ ਔਖਾ ਸਾਚਾ ਨਾਮ, ਬਹੁਤ ਔਖਾ ਹੈ ਧਿਆਨ ਜੋੜਨਾ। ਵਾਰ-ਵਾਰ ਭੰਗ ਹੁੰਦਾ ਹੈ ਧਿਆਨ, ਵਾਰ-ਵਾਰ ਖਿੰਡਦਾ ਹੈ ਧਿਆਨ। ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੈ ਕੋਈ। ਬਾਬਾ ਕਬੀਰ ਸਾਹਿਬ, ਕਬੀਰ ਸਾਧੂ ਕੋ ਮਿਲਨੇ ਜਾਈਏ ਸਾਧ ਨਾ ਲੀਜੈ ਕੋਏ, ਪਾਛੇ ਪਾਉ ਨਾ ਦੀਜੀਏ ਆਗੇ ਹੋਏ ਸੋ ਹੋਏ। ਬਾਬਾ ਕਬੀਰ ਸਾਹਿਬ ਦਾ ਇੱਕ ਸ਼ਬਦ ਆਉਂਦਾ ਹੈ, ਕਹਿੰਦੇ ਜਦੋਂ ਗੁਰਦੁਆਰੇ ਆਈਏ ਜਾਂ ਗੁਰੂ ਕੋਲ ਜਾਈਏ ਜਾਂ ਕਿਸੇ ਗੁਰਮੁਖ ਪਿਆਰੇ ਕੋਲ ਜਾਈਏ, ਸਿਮਰਨ ਕਰਨ ਵਾਸਤੇ ਜਾਈਏ, ਕਿਸੇ ਨੂੰ ਨਾਲ ਨਾ ਲੈ ਕੇ ਚੱਲਿਆ ਕਰੀਏ, ਇਕੱਲੇ ਜਾਇਆ ਕਰੀਏ। ਕਹਿੰਦੇ ਕਿਉਂ? ਕਹਿੰਦੇ ਹੋ ਸਕਦਾ ਤੁਹਾਡੇ ਨਾਲ ਦਾ ਤੁਹਾਡਾ ਧਿਆਨ ਭੰਗ ਕਰ ਦੇਵੇ, ਹੋ ਸਕਦਾ ਹੈ ਨਾਲ ਦਾ ਕਿਤੇ ਢਿੱਲ ਮੱਠ ਕਰ ਜਾਵੇ, ਤੁਹਾਨੂੰ ਗੁਰਦੁਆਰੇ ਆਉਂਦੇ ਆਉਂਦੇ ਮੋੜ ਦੇਵੇ, ਕਹਿ ਦੇਵੇ ਚਲੋ ਕੋਈ ਨਹੀਂ ਅੱਜ ਨਹੀਂ ਸ਼ਾਮ ਨੂੰ ਆ ਜਾਂਦੇ ਆ, ਕੱਲ ਆ ਜਾਵਾਂਗੇ, ਅੱਜ ਆਪਾਂ ਇਹ ਕੰਮ ਕਰ ਲਈਏ। ਪਾਛੇ ਪਾਉ ਨਾ ਦੀਜੀਏ ਆਗੇ ਸੋ ਹੋਏ ਸੋ ਹੋਏ। ਫਿਰ ਜੇ ਤੁਰਿਆ ਘਰੋਂ ਗੁਰਦੁਆਰੇ ਵੱਲ ਨੂੰ, ਫਿਰ ਆਲਸ ਨਾ ਕਰੀ। ਫਿਰ ਮਨ ਚ ਧਾਰਿਆ ਤੇ ਫਿਰ ਗੁਰਦੁਆਰੇ ਆ ਕੇ ਨਮਸਕਾਰ ਕਰਕੇ ਤੇ ਚੌਂਕੜਾ ਮਾਰ ਕੇ ਬੈਠੀ, ਕਿਤੇ ਆਲਸ ਨਾ ਕਰ ਜਾਵੀਂ, ਪਿਛਾਂਹ ਨਾ ਮੁੜ ਜਾਵੀਂ। ਮੈਨੂੰ ਬੜਾ ਇਸ ਸ਼ਬਦ ਨੇ ਟੁੰਬਿਆ ਬਾਬਾ ਕਬੀਰ ਸਾਹਿਬ ਜੀ ਨੇ। ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੈ ਕੋਏ। ਸੱਚੀ ਗੱਲ ਹੈ, ਇਹ ਕਿ ਭਾਵੇਂ ਤਜਰਬਾ ਕਰਕੇ ਵੇਖ ਲਿਓ। ਇੱਕ ਬੰਦਾ ਇਕੱਲਾ ਆਉਂਦਾ ਹੈ, ਵਾਹਿਗੁਰੂ ਵਾਹਿਗੁਰੂ ਕਰਦਾ ਆਉਂਦਾ ਹੈ। ਕਈ ਵਾਰ 2 ਜਣੇ ਹੁੰਦੇ ਨੇ, ਸਲਾਈ ਪੈ ਜਾਂਦੇ ਨੇ, ਬਿਜ਼ਨਸ ਦੀਆਂ ਗੱਲਾਂ, ਵਪਾਰ ਦੀਆਂ ਗੱਲਾਂ, ਆਂਢ ਗੁਆਂਢ ਦੀਆਂ ਗੱਲਾਂ ਛੋ ਕੇ ਬਹਿ ਜਾਂਦੇ ਨੇ। ਭੰਗ ਹੋ ਜਾਂਦਾ ਹੈ ਬੰਦੇ ਦਾ ਧਿਆਨ। ਬੜਾ ਔਖਾ ਹੈ ਧਿਆਨ ਜੋੜਨਾ। ਪਹਿਲੀ ਗੱਲ ਤੇ ਬਹੁਤੇ ਤੁਰਦੇ ਵੀ ਨਹੀਂ, ਤੁਰਨਾ ਹੀ ਬੜਾ ਔਖਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਇਸ ਰਸਤੇ ਤੁਰਨਾ ਬੜਾ ਔਖਾ ਹੈ। ਪੁੱਛ ਲੈਂਦੇ ਨੇ ਗੁਰਮੁਖ ਪਿਆਰੇ, ਬਹੁਤ ਪੁੱਛਦੇ ਨੇ ਜੀ ਸਿਮਰਨ ਕਿਵੇਂ ਕਰੀਏ, ਬਾਣੀ ਕਿਵੇਂ ਪੜ੍ਹੀਏ। ਪੁੱਛਤ ਪਥਕ ਤੇ ਮਾਰਗ ਨਾ ਧਰੇ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਪੁੱਛ ਲੈਂਦੇ ਨੇ ਰਾਹ ਰੱਬ ਦੇ ਘਰ ਦਾ, ਪੁੱਛ ਲੈਂਦੇ ਨੇ ਰਾਹ ਗੁਰੂ ਦੇ ਘਰ ਦਾ। ਬੜੇ ਲੋਕ ਪੁੱਛਦੇ ਨੇ ਜੀ ਅੰਮ੍ਰਿਤ ਛਕਣਾ ਹੈ ਜਾਂ ਬੜਾ ਕੁਛ ਅੰਮ੍ਰਿਤ ਬਾਰੇ ਪੁੱਛਦੇ ਨੇ।
ਸਲਾਹਾਂ ਬਹੁਤ ਲੈਂਦੇ ਨੇ, ਪਰ ਤੁਰਦਾ ਨਹੀਂ ਛੇਤੀ ਕੀਤਿਆਂ ਕੋਈ, ਬਹੁਤ ਔਖਾ ਹੈ ਤੁਰਨਾ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਗੱਲ ਦਾ ਦਰਨਾ ਕਰਦੇ ਨੇ, ਕਹਿੰਦੇ ਪੁਸ਼ਕ ਪਥਕ ਤੇ ਪੁਸ਼ਤ ਪਥਕ ਤੇ ਮਾਰਗ ਨਾ ਧਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਗੱਲਾਂ ਨਾਲ ਪ੍ਰੀਤਮ ਦੇ ਦੇਸ਼ ਦੇ ਕੋਲ ਥੋੜਾ ਪਹੁੰਚਿਆ ਜਾਣਾ ਹੈ। ਪੁੱਛ ਲੈਂਦੇ ਨੇ ਰਾਹ। ਪੁਸ਼ਤ ਹੈ ਵੈਦ ਖਾਦ ਔਖਦ ਨਾ ਸੰਜਮ ਸੇ, ਕੈਸੇ ਮਿੱਟੇ ਰੋਗ ਸੁਖ ਸਹਿਜਾ ਬੁਲਾਈਏ। ਡਾਕਟਰ ਕੋਲ ਜਾਂਦਾ ਹੈ, ਮੈਨੂੰ ਆਪਣੇ ਮੇਰੇ ਰੋਗ ਦਾ ਇਲਾਜ ਦੱਸੋ। ਡਾਕਟਰ ਨੂੰ ਵਾਰ-ਵਾਰ ਜਾ ਕੇ ਕਹਿੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਡਾਕਟਰ ਨੂੰ ਪੁੱਛਦਾ ਹੈ, ਪਰ ਡਾਕਟਰ ਜਿਹੜਾ ਦਵਾਈ ਦੇ ਨਾਲ ਨਾਲ ਸੰਜਮ ਕਰਨ ਵਾਸਤੇ ਕਹਿੰਦਾ, ਉਹ ਸੰਜਮ ਕਰਨ ਦੇ ਲਈ ਰਾਜੀ ਨਹੀਂ। ਫਿਰ ਕਹਿੰਦੇ ਆਰਾਮ ਕਿਵੇਂ ਆ ਜਾਵੇਗਾ। ਗੁਰਦੁਆਰੇ ਆ ਜਾਂਦੇ ਹਾਂ, ਕਥਾ ਸੁਣ ਲੈਂਦੇ ਹਾਂ, ਮੇਰੇ ਵਰਗੇ ਕਥਾ ਕਰ ਲੈਂਦੇ ਨੇ, ਪਰ ਗੁਰੂ ਸਾਹਿਬ ਕਹਿੰਦੇ ਸੰਜਮ ਨਹੀਂ ਨਾ ਹੈਗਾ। ਸੰਜਮ ਤੇ ਜ਼ਰੂਰੀ ਹੈ। ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨੀ ਗੁਰਮੁਖੋ ਇੱਕ ਅਲੱਗ ਗੱਲ ਜੇ। ਯਾਦ ਰੱਖਿਓ, ਗੁਰੂ ਨੂੰ ਸਮਝਣਾ ਇੱਕ ਅਲੱਗ ਗੱਲ ਹੈ। ਗੁਰੂ ਗ੍ਰੰਥ ਸਾਹਿਬ ਨੂੰ ਜਿੱਥੇ ਨਮਸਕਾਰ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਦਾ ਯਤਨ ਵੀ ਕਰੀਏ, ਸਮਝੀਏ ਵੀ। ਮੈਨੂੰ ਬਚਨ ਯਾਦ ਆ ਜਾਂਦੇ, ਕਈ ਵਾਰ ਮੈਂ ਵੇਖਦਾ ਅੰਗਰੇਜ਼ਾਂ ਨੇ ਨਮਸਕਾਰ ਤੇ ਕੀਤੀ ਪਰ ਨਾਲ ਗੁਰੂ ਸਾਹਿਬ ਜੀ ਨੂੰ ਸਮਝਿਆ ਵੀ ਉਹਨਾਂ ਨੇ। ਇੱਕ ਬਰਟ ਰਸਲ ਹੋਇਆ ਹੈ ਅੰਗਰੇਜ਼ ਫਿਲਾਸਫਰ, ਉਹ ਕਹਿੰਦਾ ਸਿੱਖੋ ਇਹ ਸਿੱਖੀ ਇਕੱਲੀ ਤੁਹਾਡੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਲੀ ਤੁਹਾਡੀ ਨਹੀਂ, ਮਤ ਇਹ ਦਾਅਵਾ ਕਰਿਓ ਕਿ ਸਿਰਫ ਸਾਡੀ ਹੈ। ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਸ਼ਵ ਦੀ ਬਾਣੀ ਹੈ, ਵਿਸ਼ਵ ਦਾ ਕਲਿਆਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਉਹਨੇ ਫਿਰ ਨਾਲ ਇੱਕ ਬਚਨ ਕਿਹਾ, ਉਹਨੇ ਕਿਹਾ ਜੇ ਸਿੱਖੀ ਨੂੰ ਤੁਸੀਂ ਵਿਸ਼ਵ ਦੇ ਵਿੱਚ ਨਹੀਂ ਫੈਲਾ ਸਕੇ, ਇਹਦੇ ਵਿੱਚ ਕਸੂਰ ਕਿਸੇ ਹੋਰ ਦਾ ਨਹੀਂ, ਸਿੱਖੋ ਕਸੂਰ ਤੁਹਾਡਾ ਹੈ। ਮੇਰੇ ਮਨ ਚ ਆਇਆ, ਮੈਂ ਕਿਹਾ ਉਹਨੇ ਕਿੰਨਾ ਡੂੰਘਾ ਸਮਝਿਆ ਹੋਵੇਗਾ ਬਾਣੀ ਨੂੰ। ਅਰਨੋਲਡ ਟਾਈਨ ਵੀ ਹੋਇਆ ਅੰਗਰੇਜ਼ ਫਿਲਾਸਫਰ, ਉਹ ਕਹਿੰਦਾ ਜਦੋਂ ਮੈਂ ਦੁਨੀਆ ਦਾ ਭਵਿੱਖ ਵੇਖਦਾ ਹੈ ਨਾ, ਤੇ ਮੈਨੂੰ ਇਹ ਨਜ਼ਰ ਆਉਂਦਾ ਦੁਨੀਆ ਦਾ ਭਵਿੱਖ ਧੁੰਦਲਾ ਹੈ, ਪਰ ਜਦੋਂ ਮੈਂ ਸਿੱਖ ਕੌਮ ਨੂੰ ਵੇਖਦਾ, ਸਿੱਖ ਕੌਮ ਦੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਵੇਖਦਾ ਹੈ, ਤੇ ਕਹਿੰਦੇ ਮੈਨੂੰ ਉਦੋਂ ਆਸ ਦੀ ਚਿਣਕ ਜਾਗਦੀ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਜਗ ਦੀ ਜੋਤ ਹਾਜ਼ਰ ਨਾਜ਼ਰ ਨੇ, ਤੇ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਦੇ ਵਿੱਚ ਦੁਨੀਆ ਦਾ ਭਵਿੱਖ ਉਜਲਾ ਹੋ ਸਕਦਾ ਹੈ ਜੇ ਦੁਨੀਆ ਸੇਧ ਲੈਣੀ ਸ਼ੁਰੂ ਕਰ ਦੇਵੇ। ਮਕਾਲਫ ਇਤਿਹਾਸਕਾਰ ਤੁਸੀਂ ਸੁਣਦੇ ਹੋ, ਮੇਰੇ ਮਨ ਚ ਆਇਆ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਮਸਕਾਰਾਂ ਕਰਦੇ ਹਾਂ, ਪਰ ਸਮਝਣ ਦਾ ਯਤਨ ਨਹੀਂ ਕਰਦੇ। ਮੇਰੇ ਮਨ ਚ ਆਇਆ, ਉਹਨੇ ਸਮਝਿਆ, ਉਹਨੇ ਇਤਿਹਾਸ ਲਿਖਦੇ ਲਿਖਦੇ ਕਲਮ ਅਖੀਰ ਤੇ ਇਹ ਕਿਹਾ, ਉਹਨੇ ਕਿਹਾ ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਇੱਕ ਮੁਰਸ਼ਿਦ ਪੈਗੰਬਰ ਕਿਤੇ ਸਾਡੇ ਕੋਲ ਹੁੰਦਾ, ਅਸੀਂ ਕੁੱਲ ਦੁਨੀਆ ਤੇ ਰਾਜ ਕਰ ਲੈਂਦੇ। ਇਹਦਾ ਮਤਲਬ ਕੀ? ਉਹਨੇ ਇਕੱਲੀ ਨਮਸਕਾਰ ਨਹੀਂ ਕੀਤੀ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਮਝਿਆ ਵੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣਾ ਹੈ, ਗੁਰਬਾਣੀ ਨੂੰ ਸਮਝਣਾ ਹੈ। ਗੁਰੂ ਸਾਹਿਬ ਕਹਿੰਦੇ ਪ੍ਰਭ ਕੇ ਚਰਨ ਮਨ ਮਾਹੇ ਧਿਆਨ, ਜੇ ਧਿਆਨ ਜੁੜੇਗਾ ਤੇ ਸਮਝਾਂਗੇ, ਫਿਰ ਜੇ ਧਿਆਨ ਨਹੀਂ ਜੁੜਦਾ ਫਿਰ ਸਮਝਿਆ ਨਹੀਂ ਜਾਣਾ। ਪ੍ਰਭ ਕੇ ਚਰਨ ਮਨ ਮਾਹੇ ਧਿਆਨ, ਸਗਲ ਤੀਰਥ ਮੱਜਨ ਇਸ਼ਨਾਨ, ਇਹ ਸਾਰੇ ਤੀਰਥਾਂ ਦਾ ਇਸ਼ਨਾਨ ਹੈ। ਹਰ ਦਿਨ ਹਰ ਸਿਮਰਨ ਮੇਰੇ ਭਾਈ, ਹਰ ਦਿਨ ਦਿਨ ਰਾਤ ਤੂੰ ਕਾਲ ਪੁਰਖ ਦਾ ਸਿਮਰਨ ਕਰਿਆ ਕਰ। ਕੋਟ ਜਨਮ ਕੀ ਮਲ ਲਹਿ ਜਾਈ, ਕਰੋੜਾਂ ਜਨਮਾਂ ਦੀ ਮੈਲ ਗੁਰੂ ਉਤਾਰ ਕੇ ਰੱਖ ਦੇਵੇਗਾ। ਇਹ ਰਹਾਉ ਵਾਲੀਆਂ ਪੰਕਤੀਆਂ ਨੇ। ਮੈਲ ਉਤਰ ਜਾਂਦੀ ਹੈ, ਮੈਲ ਉਤਾਰ ਕੇ ਰੱਖ ਦੇਵੇਗਾ। ਚਲੋ ਮੈਨੂੰ ਇੱਕ ਬਚਨ ਯਾਦ ਆ ਗਿਆ, ਮੈਂ ਸੁਣਾ ਦਿੰਦਾ। ਇੱਕ ਸਿੱਖ ਕਿਤੇ ਮੱਝਾਂ ਚੋਰੀ ਕਰਕੇ ਲੈ ਆਇਆ ਪਾਰ ਇਲਾਕੇ ਦੇ ਵਿੱਚੋਂ, ਚੋਲਾ ਸਾਹਿਬ ਦੀ ਧਰਤੀ ਤੇ ਪਹੁੰਚਿਆ ਤੇ ਭਾਈ ਅਦਲੀ ਉੱਥੇ ਬੈਠਾ, ਇੱਕ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ। ਸੰਗਤ ਜੁੜ ਮਿਲ ਕੇ ਬੈਠੀ, ਵਾਹਿਗੁਰੂ ਦਾ ਸਿਮਰਨ ਕਰ ਰਹੀ, ਜਪ ਕਰ ਰਹੀ, ਤਾਪ ਕਰ ਰਹੀ। ਇਹ ਮੱਝਾਂ ਚੋਰੀ ਕਰਕੇ ਲੈ ਕੇ ਆਇਆ, ਹੰਸਾਂ ਦੇ ਵਿੱਚ ਬੰਗਲਾ ਬਿਰਤੀ ਧਾਰਨ ਕਰਕੇ ਬੈਠ ਗਿਆ। ਬੰਗਲਾ ਬੈਠ ਗਿਆ, ਹੰਸ ਦੇ ਵਿੱਚ ਬੰਗਲਾ ਆ ਕੇ ਬੈਠ ਗਿਆ। ਅੰਦਰੋਂ ਬੰਗਲਾ ਬਿਰਤੀ ਸੀ, ਹੰਸਾਂ ਦੇ ਵਿੱਚ ਆ ਕੇ ਬੈਠ ਗਿਆ। ਪਿੰਡ ਦੇ ਲੋਕ ਮਗਰ ਆਏ, ਭਾਈ ਅਦਲੀ ਦੇ ਡੇਰੇ ਆ ਗਏ, ਕਹਿਣ ਲੱਗੇ ਤੁਹਾਡੀ ਇਸ ਸੰਗਤ ਦੇ ਵਿੱਚ ਸਾਡਾ ਚੋਰ ਬੈਠਾ ਹੈ। ਭਾਈ ਅਦਲੀ ਕਹਿਣ ਲੱਗੇ ਜੇ ਤੁਹਾਨੂੰ ਕੋਈ ਚੋਰ ਨਜ਼ਰ ਆਉਂਦਾ ਹੈ ਤੇ ਵੇਖ ਲਓ। ਉਹਨਾਂ ਨੇ ਧਿਆਨ ਧਰਿਆ, ਕਿਤੇ ਕੋਈ ਨਜ਼ਰ ਨਾ ਆਇਆ, ਸਾਰੇ ਇੱਕੋ ਜਿਹੇ ਨਜ਼ਰ ਆਏ, ਕਿਉਂਕਿ ਹੰਸ ਦਾ ਪਹਿਰਾਵਾ ਬੰਗਲੇ ਦਾ ਪਹਿਰਾਵਾ ਵੀ ਇੱਕੋ ਜਿਹਾ।
ਹੰਸਾਂ ਹੀਰਾ ਮੋਤੀ ਚੁਗਣਾ ਫਰਕ ਇੰਨਾ ਕਹਿ, ਬੱਗਾਂ ਡੱਡ ਭਾਲਣ ਜਾਈ। ਹੰਸ ਤੁਹਾਨੂੰ ਮਾਨ ਸਰੋਵਰ ਗੁਰਦੁਆਰੇ ਨਜ਼ਰ ਆਉਣਗੇ, ਗੁਰਮੁਖ ਬਿਰਤੀ ਦੇ ਮਾਲਕ। ਡੱਡੀਆਂ ਮੱਛੀਆਂ ਖਾਣ ਵਾਲੇ ਤੁਹਾਨੂੰ ਛੱਪੜਾਂ ਤੇ ਨਜ਼ਰ ਆਉਣਗੇ, ਛੱਪੜਾਂ ਤੇ ਨਜ਼ਰ ਆਉਣਗੇ। ਜੂਏ ਖਾਨੇ ਦੇ ਵਿੱਚ ਨਜ਼ਰ ਆਉਣਗੇ, ਸ਼ਰਾਬ ਖਾਨੇ ਦੇ ਵਿੱਚ ਨਜ਼ਰ ਆਉਣਗੇ। ਇਹ ਫਰਕ ਹੈ। ਗੁਰੂ ਸਾਹਿਬ ਵਾਹਿਗੁਰੂ ਉਹ ਕਹਿਣ ਲੱਗੇ, ਭਾਈ ਅਦਲੀ ਕਹਿਣ ਲੱਗੇ ਜੀ ਵੇਖ ਲਓ, ਜੇ ਲੱਭਦਾ ਹੈ ਤੇ ਲੱਭ ਲਓ, ਮੈਂ ਕਿਹੜਾ ਰੋਕਿਆ ਹੈ। ਧਿਆਨ ਧਰ ਕੇ ਚਲੇ ਗਏ, ਵੇਖਿਆ, ਕਹਿੰਦੇ ਮਾਫੀ ਜੀ, ਤੁਹਾਡੀ ਸੰਗਤ ਦੇ ਵਿੱਚ ਸਾਡਾ ਚੋਰ ਨਹੀਂ। ਬਾਬਾ ਬਿਧੀ ਚੰਦ ਉੱਠਿਆ, ਸਿੱਖ ਬਾਬਾ ਬਿਧੀ ਚੰਦ ਸੀ, ਮੈਂ ਬੇਨਤੀ ਕਰ ਦੇਵਾਂ, ਮੈਲਾ ਸੀ ਨਾ ਅੰਦਰੋਂ, ਚੋਰੀ ਸੀ, ਪਹਿਲਾਂ ਚੋਰ ਹੀ ਸੀ, ਚੋਰੀ ਕਰਕੇ ਲੈ ਆਇਆ ਸੀ। ਜਦੋਂ ਉੱਠਿਆ ਉਹਨੇ ਬਾਬੇ ਅਦਲੀ ਦੇ ਚਰਨ ਫੜ ਲਏ, ਕਹਿਣ ਲੱਗਾ ਮੈਨੂੰ ਬਖਸ਼ ਲਿਆ ਜੇ। ਭਾਈ ਅਦਲੀ ਸਿਆਣੇ ਸਨ, ਉਹ ਕਹਿਣ ਲੱਗੇ ਮੈਂ ਕੀ ਬਖਸ਼ਣਾ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕੋਲ ਚੱਲ। ਉਹ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਕੋਲ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੋਲ ਬਿਠਾਇਆ। ਇਹ ਨਹੀਂ ਕਿਹਾ ਕਿ ਤੂੰ ਮੱਝਾਂ ਚੋਰੀ ਕਰਕੇ ਲਿਆਨੀ ਆ, ਤੂੰ ਚੋਰ ਸੈਂ, ਨਹੀਂ। ਕੋਲ ਬਿਠਾਇਆ, ਉਹਨੂੰ ਹੁਕਮ ਕੀਤਾ ਤੂੰ ਸੇਵਾ ਕਰਿਆ ਕਰ। ਗੁਰੂ ਹਰਗੋਬਿੰਦ ਮਹਾਰਾਜ ਦਾ ਸਮਾਂ ਆਇਆ, ਉਹ ਸਿੱਖ ਇੰਨਾ ਸਵਕਾਰਿਆ ਗਿਆ ਕਿ ਗੁਰੂ ਹਰਗੋਬਿੰਦ ਮਹਾਰਾਜ ਨੇ ਫਿਰ ਮਾਣ ਦੇ ਨਾਲ ਕਹਿ ਦਿੱਤਾ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਤੂੰ ਗੁਰੂ ਦਾ ਸੀਨਾ ਹੈ, ਗੁਰੂ ਦਾ ਹਿਰਦਾ ਹੈ। ਮੈਂ ਤਾਂ ਇਹ ਬੇਨਤੀ ਕੀਤੀ, ਮੈਲ ਉਤਰ ਜਾਂਦੀ ਹੈ ਸੰਗਤ ਦੇ ਵਿੱਚ ਆ ਕੇ, ਮੈਲ ਉਤਰ ਜਾਂਦੀ ਹੈ ਸਿਮਰਨ ਕਰਦਿਆਂ। ਪਰ ਜੇ ਬਿਰਤੀ ਥੋੜੀ ਜੀ ਲੈ ਕੇ ਆਈਏ ਤੇ ਭਾਵਨਾ ਦੇ ਨਾਲ ਆਈਏ ਤੇ ਇੱਕ ਬਚਨ ਆਪ ਜੀ ਨਾਲ ਸਾਂਝਾ ਕਰਾਂ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ। ਰੋਜ਼ ਗੁਰਦੁਆਰੇ ਆਉਂਦੇ ਆ, ਜੇ ਗੁਰੂ ਤੇ ਵਿਸ਼ਵਾਸ ਨਹੀਂ, ਆਸਥਾ ਨਹੀਂ, ਭਾਵਨਾ ਨਹੀਂ, ਗੁਰੂ ਸਾਹਿਬ ਕਹਿੰਦੇ ਫਿਰ ਫਾਇਦਾ ਕੋਈ ਨਹੀਂ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਵੋ, 100 ਗੇੜੇ ਮਾਰ ਲੈ, ਪਰ ਜੇ ਗੁਰੂ ਤੇ ਵਿਸ਼ਵਾਸ ਨਹੀਂ ਬੱਝਾ ਤੇ ਫਿਰ ਆਉਣ ਦਾ ਫਾਇਦਾ ਕੋਈ ਨਹੀਂ। ਜੇ ਗੁਰੂ ਨੂੰ ਸਹੀ ਸਮਝਿਆ ਤੇ ਫਿਰ ਆਉਣ ਦਾ ਫਾਇਦਾ ਕੋਈ ਨਹੀਂ। ਪ੍ਰਤੀਤ ਨਹੀਂ ਨਾ ਆਈ, ਭਰੋਸਾ ਨਹੀਂ ਨਾ ਬੱਝਾ। ਗੁਰੂ ਸਾਹਿਬ ਕਹਿੰਦੇ ਨੇ ਹਰ ਦਿਨ ਹਰ ਸਿਮਰਨ ਮੇਰੇ ਭਾਈ, ਕੋਟ ਜਨਮ ਕੀ ਮਲ ਲਹਿ ਜਾਈ। ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਹੋ, ਖੰਨਲੀ ਧੋਤੀ ਉਜਲ ਨਾ ਹੋਵੇ, ਜੇ ਸੋ ਧੋਵਣ ਪਾਹੋ। ਇੱਕ ਜਨਮ ਦੀ ਮੈਲ ਥੋੜਾ ਹੈ, ਜਨਮਾਂ ਜਨਮਾਂਤਰਾਂ ਦੀ ਮੈਲ ਹੈ। ਇੱਕ ਜਨਮ ਦੀ ਮੈਲ ਨਹੀਂ, ਜਨਮਾਂ ਜਨਮਾਂਤਰਾਂ ਦੀ ਮੈਲ ਹੈ, ਲੰਮੀ ਮੈਲ ਲੱਗੀ ਹੈ। ਗੁਰੂ ਸਾਹਿਬ ਕਹਿੰਦੇ ਧੋਤੀ ਜਾਵੇਗੀ ਜੇ ਸਿਮਰਨ ਕਰੇਗਾ, ਬੰਦਗੀ ਕਰੇਗਾ। ਇੱਕ ਮੈਂ ਬਚਨ ਆਪ ਜੀ ਨਾਲ ਹੋਰ ਸਾਂਝਾ ਕਰਾਂ। ਭਗਤ ਤਰਲੋਚਨ ਜੀ ਭਗਤ ਨਾਮਦੇਵ ਜੀ ਕੋਲ ਆਉਂਦੇ ਨੇ। ਭਗਤ ਨਾਮਦੇਵ ਜੀ ਆਪਣਾ ਕੰਮ ਕਰਦੇ ਨੇ। ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ, ਕਾਹੇ ਛਿਪੋ ਛਾਈ ਲੈ ਰਾਮ ਨਾ ਲਾਵੋ ਚੀਤ। ਭਗਤ ਤਰਲੋਚਨ ਜੀ ਨੇ ਆ ਕੇ ਇੱਕ ਕਮੈਂਟ ਕੀਤਾ ਬਾਬੇ ਨਾਮਦੇਵ ਦੇ ਉੱਪਰ। ਕਹਿਣ ਲੱਗੇ ਨਾਮਦੇਵ ਜੀ ਘਰਾਂ ਦੇ ਕੰਮ ਹੀ ਕਰੀ ਜਾਂਦੇ ਹੋ, ਆਪਣੇ ਕੰਮ ਦੇ ਵਿੱਚ ਸੁਰਤ ਜੋੜੀ ਹੈ, ਉਸ ਵਾਹਿਗੁਰੂ ਦੇ ਵਿੱਚ ਚਿੱਤ ਵੀ ਜੋੜ ਲਓ, ਚਿੱਤ ਕਿਉਂ ਨਹੀਂ ਜੋੜਦੇ? ਖੇਡ ਚਿੱਤ ਦੀ ਹੈ, ਹੱਥ ਕਾਰ ਵੱਲ, ਚਿੱਤ ਨਿਰੰਕਾਰ ਵੱਲ। ਜ਼ਰੂਰੀ ਨਹੀਂ ਕਿ ਚੌਂਕੜਾ ਮਾਰ ਕੇ ਹੀ 10 ਘੰਟੇ ਬੈਠੋਗੇ ਤੇ ਸਿਮਰਨ ਹੋਵੇਗਾ। ਹਾਂ, ਪਰ ਇਹ ਇੱਕ ਅਵਸਥਾ ਹੈ ਜਿਹੜੀ ਭਗਤ ਨਾਮਦੇਵ ਜੀ ਦੱਸਦੇ ਨੇ। ਨਾਮਾ ਕਹੇ ਤਰਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਇੱਕ ਅਵਸਥਾ ਹੈ, ਇਸ ਅਵਸਥਾ ਤੇ ਪੁੱਜਣ ਵਾਸਤੇ ਪਹਿਲਾਂ 1 ਘੰਟਾ 2 ਘੰਟੇ ਸਰੀਰਕ ਤੌਰ ਤੇ ਸਵੇਰੇ ਤੜਕੇ ਉੱਠ ਕੇ ਚੌਂਕੜਾ ਮਾਰ ਕੇ ਬੈਠਣਾ ਪਵੇਗਾ, ਫਿਰ ਅਵਸਥਾ ਬਣੇਗੀ। ਫਿਰ ਜਿਹੜਾ ਵੀ ਕੰਮ ਕਰੀਏ ਧਿਆਨ ਵਾਹਿਗੁਰੂ ਦਾ ਹੋਵੇ, ਕੰਮ ਦੀ ਆਰੰਭਤਾ ਕਰਨ ਲੱਗਿਆਂ ਵੀ ਵਾਹਿਗੁਰੂ ਦਾ ਧਿਆਨ ਹੋਵੇ, ਕੰਮ ਦੀ ਸੰਪੂਰਨਤਾ ਹੋ ਗਈ ਫਿਰ ਵੀ ਧਿਆਨ ਹੋਵੇ। ਇਹਨੂੰ ਕਹਿੰਦੇ ਧਿਆਨ ਧਰਨਾ, ਧਿਆਨ ਜੁੜ ਜਾਣਾ। ਮੇਰਾ ਕੁਝ ਨਹੀਂ ਹੈ, ਵਾਹਿਗੁਰੂ ਦੀ ਬਰਕਤ ਹੈ, ਉਹਦੀ ਬਖਸ਼ਿਸ਼ ਹੈ, ਇਹ ਹੈ ਧਿਆਨ ਧਰਨਾ। ਭਗਤ ਨਾਮਦੇਵ ਜੀ ਕਹਿੰਦੇ ਮੇਰਾ ਧਿਆਨ ਜੁੜਿਆ ਹੈ। ਆਨੀ ਲੈ ਕਾਗਦ, ਕਿਸ ਤਰ੍ਹਾਂ ਧਿਆਨ ਜੁੜਿਆ ਹੈ? ਆਨੀ ਲੈ ਕਾਗਦ, ਕਾਟੀ ਲੈ ਗੋਡੀ, ਅਸਮਾਨ ਮੱਧੇ ਪਰਮਯਲੇ, ਪੰਚ ਜਨਾ ਸੋ ਬਾਤ ਬਤਊਆ, ਚੀਜ਼ ਡੋਰੀ ਰਾਖੀ ਹਲੇ। ਕਹਿੰਦੇ ਇੱਕ ਬੱਚਾ ਆਇਆ, ਉਸ ਬੱਚੇ ਨੇ ਕਾਗਜ਼ ਦੀ ਗੁੱਡੀ ਲਿਆਂਦੀ, ਉਸ ਗੁੱਡੀ ਨੂੰ ਡੋਰ ਪਾਈ,
ਉਹਨੇ ਗੁੱਡੀ ਅਸਮਾਨ ਦੇ ਵਿੱਚ ਚੜਾਈ ਤੇ ਕਹਿੰਦੇ ਗੁੱਡੀ ਅਸਮਾਨ ਦੇ ਵਿੱਚ ਚੜ ਗਈ ਤੇ ਨਾਲ ਆਪਣੇ ਮਿੱਤਰਾਂ ਦੇ ਨਾਲ, ਸੱਜਣਾ ਦੇ ਨਾਲ ਗੱਲਾਂ ਬਾਤਾਂ ਜ਼ਰੂਰ ਕਰਦਾ ਹੈ, ਪਰ ਧਿਆਨ ਉਹਦਾ ਕੇਵਲ ਤੇ ਕੇਵਲ ਗੁੱਡੀ ਦੀ ਡੋਰ ਦੇ ਵਿੱਚ ਹੈ, ਕਿਤੇ ਉਤਰ ਨਾ ਜਾਵੇ, ਡਿੱਗ ਨਾ ਪਵੇ। ਇਹ ਧਿਆਨ ਜੁੜਿਆ ਹੈ, ਗੱਲਾਂ ਬਾਤਾਂ ਸੱਜੇ ਖੱਬੇ ਕਰਦਾ ਹੈ। ਧਨ ਜੀਓ ਤੇ ਕੋ ਜਗ ਮੈਂ, ਮੁਖ ਮੈਂ ਹਰ ਚਿਤ ਮੈਂ ਜੁਦ ਵਿਚਾਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਧਨ ਹੈ ਉਹ ਹਿਰਦਾ, ਮੁਖ ਦੇ ਵਿੱਚ ਹਰੀ ਦਾ ਨਾਮ ਹੈ। ਗੁਰੂ ਸਾਹਿਬ ਕਹਿੰਦੇ ਨੇ, ਤੇਰੀ ਕੋਟ ਜਨਮ ਕੀ ਮਲ ਲਹਿ ਜਾਈ, ਕਰੋੜਾਂ ਜਨਮਾਂ ਦੀ ਮੈਲ ਉਤਰ ਜਾਵੇਗੀ। ਰਹਾਓ ਹਰ ਕੀ ਕਥਾ ਰਿਦ ਮਾਹੇ ਬਸਾਈ, ਜੇ ਹਰੀ ਦੀ ਕਥਾ ਹਿਰਦੇ ਦੇ ਵਿੱਚ ਵਸੀ ਹੈ। ਸਰੋਤੇ ਵੈਸੇ 3 ਤਰ੍ਹਾਂ ਦੇ ਹੁੰਦੇ ਨੇ ਤਕਰੀਬਨ। ਇੱਕ ਤੇ ਉਹ ਹੁੰਦੇ ਨੇ ਜਿਨ੍ਹਾਂ ਨੇ ਸੁਣਿਆ ਤੇ ਸੁਣ ਕੇ ਕਹਿੰਦੇ ਨੇ ਵਾਹ ਜੀ ਵਾਹ, ਅੱਜ ਬੜਾ ਆਨੰਦ ਆਇਆ, ਬੜਾ ਰਸ ਆਇਆ, ਇਹ ਤੇ ਕਮਾਲ ਕਰ ਦਿੱਤੀ ਰਾਗੀ ਸਾਹਿਬਾਨਾਂ ਨੇ। ਇੱਕ ਉਹ ਹੁੰਦੇ ਨੇ ਜਿਨ੍ਹਾਂ ਨੇ ਸੁਣਿਆ ਤੇ ਦਰਵਾਜ਼ੇ ਤੋਂ ਬਾਹਰ ਨਿਕਲੇ ਤੇ ਚੇਤਾ ਭੁੱਲ ਗਿਆ ਅੱਜ ਕੀ ਸੁਣਿਆ ਹੈ। ਇੱਕ ਫਿਰ ਤੀਜੇ ਨੰਬਰ ਦੀ ਕੈਟਾਗਰੀ ਆਉਂਦੀ ਹੈ, ਉਹ ਗੁਰਮੁਖ ਪਿਆਰੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਆਹ ਤੀਜੀ ਕੈਟਾਗਰੀ ਹੈ ਸਰੋਤਿਆਂ ਦੀ। ਸੁਣਦੇ ਨੇ, ਸਮਝਦੇ ਨੇ, ਮਨ ਦੇ ਵਿੱਚ ਵਸਾਉਣ ਦਾ ਯਤਨ ਕਰਦੇ ਨੇ, ਧਾਰਨ ਕਰਨ ਦਾ ਯਤਨ ਕਰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਉਸ ਅਨੁਸਾਰ ਚੱਲਦੇ ਨੇ। ਮੈਂ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਕੋਲੋਂ ਵਿੱਦਿਆ ਹਾਸਲ ਕਰਦੇ ਹੁੰਦੇ ਸਾਂ। ਉਹਨਾਂ ਨੇ ਕਹਿਣਾ, ਵੇਖੋ ਆਹ ਜਿਹੜੀ ਬੁੱਧੀ ਹੈ ਨਾ, ਇਹ 2 ਤਰ੍ਹਾਂ ਦੀ ਬੁੱਧ ਹੈ। ਅਸੀਂ ਕਿਹਾ ਜੀ ਕਿਹੜੀ? ਕਹਿੰਦੇ ਇੱਕ ਬੁੱਧੀ ਵਿਦਵਾਨਾਂ ਨੇ ਮੰਨੀ ਨਰਮਦਾ ਬੁੱਧੀ, ਇੱਕ ਬੁੱਧੀ ਤੇਲੀਆ ਬੁੱਧੀ। ਨਰਮਦਾ ਤੇ ਤੇਲੀਆ। ਨਰਮਦਾ ਬੁੱਧੀ ਰਬੜ ਦੀ ਨਿਆਈ ਹੈ। ਰਬੜ ਦੇ ਵਿੱਚ ਸੂਈ ਖਬੋ, ਬਾਹਰ ਕੱਢ ਦੋ ਤੇ ਸੁਰਾਖ ਬੰਦ ਹੋ ਜਾਵੇਗਾ। ਜਿੰਨੀ ਦੇਰ ਸੂਈ ਖੁੱਭੀ ਹੈ ਸੁਰਾਖ ਖੁੱਲਾ ਹੈ, ਸੂਈ ਬਾਹਰ ਨਿਕਲ ਗਈ ਸੁਰਾਖ ਬੰਦ ਹੋ ਗਿਆ। ਕਹਿੰਦੇ ਇੱਕ ਤੇਲੀਆ ਬੁੱਧ ਹੁੰਦੀ ਹੈ, ਪਾਣੀ ਤੇ ਤੇਲ ਪਾਈਏ ਸਾਰੇ ਪਾਣੀ ਦੇ ਵਿੱਚ ਖਿੱਲਰ ਜਾਂਦਾ ਹੈ। ਕਹਿੰਦੇ ਸਿੱਖੋ ਜਦੋਂ ਆਪਣੇ ਗੁਰੂ ਕੋਲ ਆਈਏ ਤੇਲੀਆ ਬੁੱਧ ਲੈ ਕੇ ਆਈਏ, ਸ਼ਬਦ ਤੇਲ ਦੀ ਤਰ੍ਹਾਂ ਸਾਰੇ ਸਰੀਰ ਦੇ ਵਿੱਚ ਰੋਮ ਰੋਮ ਦੇ ਵਿੱਚ ਵਰਤ ਜਾਵੇ, ਰੋਮ ਰੋਮ ਦੇ ਵਿੱਚ ਵਰਤ ਜਾਵੇ। ਇਹ ਬੁੱਧ ਹੈ। ਗੁਰੂ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਕਥਾ ਸੁਣੀ, ਹਰ ਕੀ ਕਥਾ ਰਿਦ ਮਾਹੇ ਬਸਾਈ, ਮਨ ਬਾਂਛਿਤ ਸਗਲੇ ਫਲ ਪਾਈ। ਮਨ ਇੱਛਿਤ ਫਲ ਉਹ ਹਾਸਲ ਕਰ ਲੈਂਦਾ ਹੈ, ਕਿਉਂਕਿ ਮੇਰਾ ਗੁਰੂ ਕੌਣ ਹੈ? ਗੁਰੂ ਸਾਹਿਬ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਗੁਰੂ ਸਾਹਿਬ ਕਹਿੰਦੇ ਤੂੰ ਸੁਖ ਪ੍ਰਾਪਤ ਕਰੇਗਾ। ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਮੈਲ ਨੂੰ ਉਤਾਰਨਾ ਹੈ ਸਿਮਰਨ ਕਰ, ਮਨ ਬਾਂਛਿਤ ਸਗਲੇ ਫਲ ਪਾਈ। ਜੇ ਹਾਸਲ ਕੁਝ ਕਰਨਾ ਚਾਹੁੰਦਾ ਹੈ ਤੇ ਵਾਹਿਗੁਰੂ ਦੀ ਕਥਾ ਨੂੰ ਹਿਰਦੇ ਦੇ ਵਿੱਚ ਵਸਾ। 4 ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੇ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੇ ਸਦ ਗਾਵੇ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹੋਮੈ ਸ਼ੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਨੀ ਪਰੈ। ਪਰ ਗੁਰੂ ਸਾਹਿਬ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਸਭ ਤੋਂ ਵੱਧ ਸਨਮਾਨ ਕਿਹਨੂੰ ਮਿਲਿਆ ਹੈ, ਮਾਣ ਕਿਹਨੂੰ ਮਿਲਿਆ ਗੁਰੂ ਘਰ ਦੇ ਵਿੱਚੋਂ? ਨਾਨਕ ਤਾਕੈ ਬਲ ਬਲ ਜਾਸਾ। ਨਾਨਕ ਉਸ ਸਿੱਖ ਤੋਂ ਵਾਰਨੇ ਬਲਿਹਾਰਨੇ ਜਾਂਦਾ ਏ ਜਿਹੜਾ ਧਰਮ ਅਰਥ ਕਾਮ ਮੋਖ ਤੋਂ ਉੱਪਰ ਉੱਠ ਕੇ ਪ੍ਰਭੂ ਦੀ ਪ੍ਰੀਤ ਦੀ ਆਸ ਰੱਖਦਾ ਹੈ, ਪ੍ਰੇਮ ਦੀ ਆਸ ਰੱਖਦਾ ਹੈ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ, ਜਿਹੜਾ ਇਹ ਆਸ ਰੱਖਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਮਨ ਬਾਂਛਤ ਸਗਲੇ ਫਲ ਪਾਈ, ਜੀਵਨ ਮਰਨ ਜਨਮ ਪਰਵਾਨ। ਜਨਮ ਤੋਂ ਲੈ ਕੇ ਮੌਤ ਤੱਕ ਦਾ ਤੇਰਾ ਸਫ਼ਰ ਜਿਹੜਾ ਪ੍ਰਵਾਨ ਹੋ ਜਾਵੇਗਾ। ਮੈਂ ਇੱਕ ਛੋਟਾ ਜਿਹਾ ਨੁਕਤਾ ਸਾਂਝਾ ਕਰ ਦੇਵਾਂ। ਅਜੇ ਅਸੀਂ ਸਫ਼ਰ ਦੇ ਵਿੱਚ ਤੁਰੇ ਜਾ ਰਹੇ ਹਾਂ, ਮੰਜ਼ਿਲ ਦੇ ਵਿੱਚ ਨਹੀਂ ਪਹੁੰਚੇ। ਮਰਨ ਤੋਂ ਬਾਅਦ 5 ਤੱਤ ਆਪਣੇ ਘਰ ਦੇ ਵਿੱਚ ਸਮਾ ਜਾਂਦੇ ਨੇ। ਆਪ ਜੀ ਨੂੰ ਗੱਲ ਸਮਝ ਆ ਜਾਵੇਗੀ। 5 ਤੱਤ ਹਵਾ, ਮਿੱਟੀ, ਪਾਣੀ, ਅਗਨ, ਸਪੇਸ। ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ ਜਦੋਂ ਸੰਸਕਾਰ ਹੁੰਦਾ ਹੈ ਬੰਦੇ ਦੀ ਦੇਹੀ ਦਾ। ਮਿੱਟੀ ਦੇ ਵਿੱਚ ਮਿੱਟੀ ਰਲ ਜਾਂਦੀ ਹੈ।
ਹਵਾ ਦੇ ਵਿੱਚ ਹਵਾ ਸਮਾ ਜਾਂਦੀ, ਸਪੇਸ ਜਿੰਨੀ ਕੁ ਘੇਰੀ 5 ਫੁੱਟ 6 ਫੁੱਟ ਜਿੰਨੀ ਘੇਰੀ, ਉਹ ਸਪੇਸ ਦੇ ਵਿੱਚ ਸਪੇਸ ਲੁਪਤ ਹੋ ਗਈ। 5 ਤੱਤ ਆਪਣੇ ਘਰ ਚਲੇ ਜਾਂਦੇ ਨੇ, ਮੰਜ਼ਿਲ ਪ੍ਰਾਪਤ ਕਰ ਲੈਂਦੇ ਨੇ, ਪਰ ਇੱਕ ਜਿਹੜੀ ਜੀਵ ਆਤਮਾ ਹੈ ਉਹ ਆਪਣੇ ਘਰ ਦੇ ਵਿੱਚ ਨਹੀਂ ਜਾਂਦੀ। ਜਦੋਂ ਆਪਣੇ ਘਰ ਦੇ ਵਿੱਚ ਨਹੀਂ ਜਾਂਦੀ, ਉਹ ਪਰਮਾਤਮਾ ਦੇ ਕੋਲ ਨਹੀਂ ਪੁੱਜਦੀ, ਤੇ ਫਿਰ ਆਉਣ ਜਾਣ ਦਾ ਗੇੜ ਬਣਦਾ ਹੈ। ਜਿਸ ਦਿਨ ਉਹ ਘਰ ਦੇ ਵਿੱਚ ਪੁੱਜ ਗਈ, ਉਸ ਦਿਨ ਜੀਵਨ ਪ੍ਰਵਾਨ ਹੋ ਜਾਵੇਗਾ, ਆਉਣ ਜਾਣ ਦਾ ਗੇੜ ਖਤਮ ਹੋ ਜਾਵੇਗਾ। ਕਹੋ ਕਬੀਰ ਇਹ ਰਾਮ ਕੀ ਅੰਸ਼, ਨਿਰਮਲ ਕਾਇਆ ਉਜਲ ਹੰਸ। ਆ ਨਿਰਮਲਤਾ ਦੇਹੀ ਦਿੱਤੀ ਹੈ, ਰਾਮ ਦੀ ਅੰਸ਼ ਤੇਰੇ ਅੰਦਰ ਹੈ, ਉਸ ਜੋਤ ਹੈ ਜਿਹਨੂੰ ਕਹਿੰਦੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਵੇਂ ਸੂਰਜ ਦੇ ਵਿੱਚੋਂ ਨਿਕਲੀਆਂ ਹੋਈਆਂ ਕਿਰਨਾਂ ਸੂਰਜ ਸਮਾ ਜਾਂਦੀਆਂ ਨੇ, ਸਮੁੰਦਰ ਦੀਆਂ ਛੱਲਾਂ ਦੇ ਵਿੱਚੋਂ ਉੱਠੀਆਂ ਹੋਈਆਂ ਤਰੰਗਾਂ ਸਮੁੰਦਰ 'ਚ ਸਮਾ ਜਾਂਦੀਆਂ ਨੇ। ਸਿੱਖਾ ਤੂੰ ਗੁਰੂ ਵਾਹਿਗੁਰੂ ਪਰਮਾਤਮਾ ਦੇ ਵਿੱਚੋਂ ਨਿਕਲੀ ਹੋਈ ਇੱਕ ਛੋਟੀ ਜੀ ਬੂੰਦ ਹੈ, ਤੇਰਾ ਘਰ ਉਹ ਪਰਮਾਤਮਾ ਹੈ, ਤੇਰੀ ਅੰਸ਼ ਆਤਮਾ ਉਸ ਘਰ ਦੇ ਵਿੱਚ ਪਹੁੰਚਣੀ ਚਾਹੀਦੀ ਸੀ, ਨਹੀਂ ਪਹੁੰਚੀ ਤੇ ਫਿਰ ਅਜੇ ਤੁਰਿਆ ਫਿਰਦਾ ਹੈ, ਅਜੇ ਸਫ਼ਰ ਦੇ ਵਿੱਚ ਹੈ, ਪਹੁੰਚਿਆ ਨਹੀਂ। ਗੁਰੂ ਸਾਹਿਬ ਕਹਿੰਦੇ ਜਿਸ ਦਿਨ ਮਿਲ ਗਿਆ, ਤੇ ਜਿਉਂਦੇ ਜੀ ਮਿਲਣ ਦੀ ਗੱਲ ਹੈ ਗੁਰਬਾਣੀ ਦੇ ਵਿੱਚ, ਮਰਨ ਤੋਂ ਬਾਅਦ ਦੀ ਗੱਲ ਹੈ, ਇੱਥੇ ਜਿਉਂਦੇ ਜੀ ਮਿਲਣਾ ਹੈ, ਜਿਉਂਦੇ ਜੀ ਮਿਲਣਾ ਹੈ। ਗੁਰੂ ਸਾਹਿਬ ਕਹਿੰਦੇ ਨੇ ਜੀਵਨ ਮਰਨ ਜਨਮ ਪਰਵਾਨ, ਜਨਮ ਤੋਂ ਲੈ ਕੇ ਜੀਵਨ ਜਿਉਂਦਿਆਂ ਹੋਇਆਂ ਮਰਨ ਤੱਕ ਪ੍ਰਵਾਨ ਹੋ ਜਾਵੇਗਾ ਜੇ ਗੁਰੂ ਘਰ ਪ੍ਰਵਾਨ ਹੋ ਗਿਆ। ਜਾ ਕੇ ਹਿਰਦੈ ਵਸੈ ਭਗਵਾਨ, ਜਾ ਕੇ ਦਾ ਅਰਥ ਹੈ ਜਿਸ ਦੇ ਹਿਰਦੇ ਦੇ ਵਿੱਚ, ਦੱਦੇ ਨੂੰ 2 ਦਲਾਵਾਂ ਲੱਗੀਆਂ, ਗ੍ਰਾਮੈਟਿਕਲੀ ਅਧਿਕਰਨ ਕਾਰਕ ਦਾ ਚਿੰਨ੍ਹ ਹੈ ਵਿੱਚ। ਜਾ ਕੇ ਹਿਰਦੈ ਵਸੈ ਭਗਵਾਨ, ਜਿਸ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਵਸ ਜਾਵੇ। ਕਹੋ ਨਾਨਕ, ਹੇ ਨਾਨਕ ਆਖ, ਸਈ ਜਨ ਪੂਰੇ। ਸਈ ਦਾ ਅਰਥ ਹੈ ਉਹ, ਬਹੁਵਚਨ ਦੀ ਕਿਰਿਆ ਹੈ। ਉਹ ਗੁਰਮੁਖ ਪਿਆਰੇ ਪੂਰੇ ਨੇ, ਅਧੂਰੇ ਨਹੀਂ। ਜੇ ਗੁਰੂ ਪੂਰਾ ਹੈ ਤੇ ਗੁਰੂ ਦਾ ਸਿੱਖ ਵੀ ਪੂਰਾ ਹੋ ਸਕਦਾ ਹੈ, ਅਧੂਰਾ ਕਿਵੇਂ ਰਹਿ ਜਾਵੇਗਾ? ਅਧੂਰਾ ਤੇ ਉਹ ਰਵੇ ਨਾ ਜਿਹਦਾ ਗੁਰੂ ਅਧੂਰਾ ਹੈ। ਜਦੋਂ ਸਿੱਖੋ ਸਾਡਾ ਗੁਰੂ ਪੂਰਾ ਹੈ ਤੇ ਗੁਰੂ ਦਾ ਸਿੱਖ ਕਿਵੇਂ ਅਧੂਰਾ ਰਹਿ ਜਾਵੇਗਾ? ਉਹ ਵੀ ਪੂਰਾ ਹੋ ਜਾਵੇਗਾ। ਪੂਰੇ ਕਾ ਕੀਆ ਸਭ ਕੁਛ ਪੂਰਾ, ਪੂਰਾ ਹੋ ਸਕਦਾ ਹੈ, ਪੂਰਨ ਹੋ ਸਕਦਾ ਹੈ, ਸਰਬ ਕਲਾ ਸਮਰੱਥ ਹੋ ਸਕਦਾ ਹੈ, ਸਰਬ ਗੁਣਾਂ ਦਾ ਧਾਰਨੀ ਹੋ ਸਕਦਾ ਹੈ ਗੁਰੂ ਦਾ ਸਿੱਖ। ਗੁਰੂ ਨੇ ਕਰਨਾ ਹੈ। ਬਾਣੀ ਪੜ੍ਹੀਏ, ਸਹਿਜ ਪਾਠ ਦੀ ਰਮਤਾ ਕਰੀਏ, ਸਵੇਰੇ ਸ਼ਾਮ ਕਰੀਏ। ਗੁਰੂ ਸਾਹਿਬ ਕਹਿੰਦੇ ਉਹ ਵਾਹਿਗੁਰੂ ਪੂਰਾ ਹੈ, ਜਦੋਂ ਉਹਦੇ ਵਿੱਚ ਧਿਆਨ ਜੋੜਾਂਗੇ ਪੂਰੇ ਹੋ ਜਾਵਾਂਗੇ। ਕਹੋ ਨਾਨਕ ਸਈ ਜਨ ਪੂਰੇ, ਜਿਨ੍ਹਾਂ ਪ੍ਰਾਪਤ ਸਾਧੂ ਧੂਰੇ, ਜਿਨ੍ਹਾਂ ਨੂੰ ਸਾਧੂ ਦੀ ਧੂੜ ਮਿਲ ਜਾਵੇ। ਇੱਥੇ ਦੋਨੋਂ ਤਰ੍ਹਾਂ ਦੇ ਅਰਥ ਹੋ ਜਾਂਦੇ ਨੇ। ਬਹੁਤੇ ਗੁਰਮੁਖ ਪਿਆਰਿਆਂ ਨੇ ਸਾਧੂ ਦੇ ਅਰਥ ਗੁਰੂ ਵੀ ਕੀਤੇ ਨੇ, ਪ੍ਰੋਫੈਸਰ ਸਾਹਿਬ ਸਿੰਘ ਜੀ ਹੁਣਾਂ ਨੇ। ਤੇ ਜੇ ਦੂਜੇ ਰੋਕ ਵੇਖੀਏ, ਜਨ ਕੇ ਚਰਨ ਵਸੈ ਮੇਰੇ ਹੀਰੇ, ਸੰਗ ਪੁਨੀਤਾ ਦੇਹੀ। ਜੇ ਕੋਈ ਕਰਨੀ ਵਾਲਾ ਗੁਰਮੁਖ ਪਿਆਰਾ ਮਿਲ ਜਾਵੇ, ਸਾਧੂ ਕੋਈ ਮਿਲ ਜਾਵੇ, ਕਹਿੰਦੇ ਉਹਦੀ ਸੰਗਤ ਦੇ ਨਾਲ ਕਰਨ ਦੇ ਨਾਲ ਦੇਹੀ ਪਵਿੱਤਰ ਹੋ ਜਾਂਦੀ ਹੈ, ਪਾਕ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। राम जो दाता मुक्त को, संत जपावै नाम। संत का मार्ग धर्म की पौड़ी को, वड भागी पाए। संत बंदगी करावेगा, साधु बंदगी दे नाल जोड़ेगा। मैं बेनती कर देवां, जेड़ा अपने नाल जोड़ेगा पखंडी होवेगा, जेड़ा गुरु दी बाणी नाल जोड़ेगा वो वाकई साधु बिरती होवेगी, पूर्ण होवेगा। बहुत ने इत्थे गुरमुख प्यारे, ਸੰਪਰਦਾਵਾਂ ਦੇ ਵਿੱਚ ਬਹੁਤ ਨੇ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ 'ਚ ਬਹੁਤ ਨੇ, ਪਰਉਪਕਾਰ ਕਰਨ ਵਾਲੇ ਬਹੁਤ ਨੇ, ਪਰਉਪਕਾਰੀ ਨੇ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ। ਹਰੀ ਨਾਲ ਮਿਲਾਉਂਦੇ ਨੇ, ਬਹੁਤ ਨੇ ਇੱਥੇ, ਹੈ ਨੇ। ਇਹ ਨਹੀਂ ਵੀ ਹੈ ਨਹੀਂ, ਹੈਗੇ ਨੇ, ਯਾਦ ਰੱਖੋ। ਘੱਟ ਹੋ ਸਕਦੇ ਨੇ ਪਰ ਹੈਗੇ ਨੇ। ਮੈਨੂੰ ਸੰਤ ਮਸਕੀਨ ਸਿੰਘ ਜੀ ਦਾ ਇੱਕ ਬਚਨ ਯਾਦ ਆ ਜਾਂਦਾ।
ਉਹ ਕਹਿੰਦੇ ਇੱਕ ਸਤਜੁਗ ਦਾ ਸਮਾਂ ਸੀ ਜਦੋਂ ਗਲੀ ਦੇ ਵਿੱਚ 10 ਘਰ ਹੁੰਦੇ ਸੀ, 10 ਘਰਾਂ ਦੇ ਵਿੱਚੋਂ 9 ਘਰ ਸੰਤਾਂ ਦੇ ਹੁੰਦੇ ਸੀ, ਇੱਕ ਘਰ ਕਿਤੇ ਚੋਰ ਦਾ ਨਜ਼ਰ ਆਉਂਦਾ ਸੀ। ਅੱਜ ਕਲਯੁਗ ਹੈ, ਹੋ ਸਕਦਾ ਹੈ ਇਸੇ ਗਲੀ ਦੇ ਵਿੱਚ 10 ਘਰ ਹੋਣ ਤੇ 10 ਘਰਾਂ ਦੇ ਵਿੱਚੋਂ 9 ਘਰ ਚੋਰ ਦੇ ਹੋਣ, ਪਰ ਇੱਕ ਘਰ ਸੰਤ ਦਾ ਮਿਲ ਜਾਵੇਗਾ, ਇੱਕ ਘਰ ਭਗਤ ਦਾ ਮਿਲ ਜਾਵੇਗਾ, ਇੱਕ ਘਰ ਸਾਧੂ ਦਾ ਮਿਲ ਜਾਵੇਗਾ। ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਹੈਣ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ, ਗੁਰੂ ਸਾਹਿਬ ਕਹਿੰਦੇ ਨੇ ਹੈਗੇ ਨੇ ਪਰ ਵਿਰਲੇ ਨੇ, ਵਿਰਲੇ ਨੇ। ਬਹੁਤ ਗੁਰਮੁਖ ਪਿਆਰਿਆਂ ਨੇ ਪਰਉਪਕਾਰ ਕੀਤੇ ਨੇ। ਜਦੋਂ ਅਸੀਂ ਗੱਲ ਚੱਲਦੀ ਇਸ ਵਾਰ ਕਾਰ ਸੇਵਾ ਸਰਿਆਲੀ ਵਾਲੇ ਸੰਪਰਦਾ ਬਾਬਾ ਤਾਰਾ ਸਿੰਘ ਜੀ, ਜਦੋਂ ਫਲੱਡ ਆਏ ਨਾ ਪੰਜਾਬ ਦੇ ਵਿੱਚ, ਦਿਨ ਰਾਤ ਉਹਨਾਂ ਨੇ, ਬਾਬਾ ਸੁੱਖਾ ਸਿੰਘ ਜੀ ਮੁਖੀ ਨੇ, ਉਹਨਾਂ ਨੇ ਦਿਨ ਰਾਤ ਇੱਕ ਕਰਕੇ ਆਪ ਦਿਨ ਰਾਤ ਸੇਵਾ ਕੀਤੀ। ਦਿਨ ਰਾਤ ਮਿੱਟੀ ਦੇ ਟੋਕਰੇ ਭਰੇ ਉਹਨਾਂ ਨੇ, ਦਿਨ ਰਾਤ ਭਰੇ। ਪਰਉਪਕਾਰੀ ਹੁੰਦੇ ਨੇ, ਬਹੁਤ ਨੇ। ਵਾਹਿਗੁਰੂ ਕਿਰਪਾ ਰਹਿਮਤ ਕਰੇ, ਸਾਡਾ ਜੀਵਨ ਇਸ ਤਰ੍ਹਾਂ ਦਾ ਬਣ ਜਾਵੇ। ਆ ਜਿੰਨੇ ਬੈਠੇ ਆ ਨਾ ਗੁਰਦੁਆਰੇ 'ਚ, ਇੱਥੇ ਸਾਧੂ ਬਿਰਤੀ ਬੈਠੀ ਹੈ, ਧਿਆਨ ਜੋੜ ਕੇ ਬੈਠੇ ਹਾਂ। ਤੇ ਮੈਂ ਵੀ ਬਚਨ ਕਹਿੰਦਾ ਜਾਵਾਂ, ਸਾਕਤ ਕੀ ਬਿਦ ਨੈਨੋ ਡੀਠੀ, ਅੰਮ੍ਰਿਤ ਕੌੜਾ ਵਿਖਿਆ ਮਿੱਠੀ। ਸਾਕਤ ਬੰਦਾ ਗੁਰਦੁਆਰੇ ਆ ਕੇ ਕਥਾ ਨਹੀਂ ਸੁਣ ਸਕਦਾ, ਬੜਾ ਔਖਾ ਹੈ। ਕਿਉਂ ਔਖਾ ਹੈ? ਕਿਉਂਕਿ ਉਹਦੇ ਹੰਕਾਰ ਨੂੰ ਸੱਟ ਵੱਜਦੀ ਹੈ। ਜਦੋਂ ਹੰਕਾਰ ਨੂੰ ਸੱਟ ਵੱਜਦੀ ਹੈ, ਜਦੋਂ ਉਹਦੀ ਮੈਲ ਨੂੰ ਸੱਟ ਵੱਜਦੀ ਹੈ, ਫਿਰ ਉਹਦੇ ਕੰਨਾਂ ਨੂੰ ਸੁਣਨਾ ਔਖਾ ਹੋ ਜਾਂਦਾ, ਕਿਉਂਕਿ ਇੱਥੇ ਤੇ ਸੱਚ ਸੁਣਾਇਆ ਜਾਂਦਾ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਅੰਮ੍ਰਿਤ ਜ਼ਹਿਰ ਲੱਗੇਗਾ, ਵਿਖਿਆ ਨੂੰ ਮਿੱਠੀ ਲੱਗੇਗੀ। ਗੁਰਬਾਣੀ ਵਿਰਲੇ ਵਾਂਝੇ ਸੁਣਦੇ ਨੇ। ਕਥਾ ਹਰ ਕੋਈ ਨਹੀਂ ਸੁਣ ਸਕਦਾ, ਕੀਰਤਨ ਹਰ ਕੋਈ ਨਹੀਂ ਸੁਣ ਸਕਦਾ। ਗੁਰਮੁਖ ਰੂਹਾਂ ਬਿਰਤੀਆਂ ਜੁੜੀਆਂ ਹੋਣ। ਹਾਂ, ਇਹ ਅਰਦਾਸ ਜ਼ਰੂਰ ਕਰਿਆ ਕਰੀਏ, ਸੱਚੇ ਪਾਤਸ਼ਾਹ ਹਮ ਅਵਗੁਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਹ ਸਾਰਿਆਂ ਦੀ ਹਾਲਤ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸ਼ਰਨਾਈ। ਜਿਹੜਾ ਕਾਮ ਇੱਕ ਬੰਦੇ 'ਚ ਹੈ, ਉਹ ਵਰਲਡ ਦੇ ਵਿੱਚ ਬਰਾਬਰ ਹੈ ਸਾਰਿਆਂ 'ਚ। ਕ੍ਰੋਧ ਬਰਾਬਰ ਹੈ, ਲੋਭ ਬਰਾਬਰ ਹੈ, ਮੋਹ ਬਰਾਬਰ ਹੈ, ਹੰਕਾਰ ਬਰਾਬਰ ਹੈ। ਪੰਜਾਂ ਵਿਕਾਰਾਂ ਦੀ ਮੈਲ ਜਿਸ ਦਿਨ ਧੁੱਪ ਜਾਵੇਗੀ, ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਜਾਵਾਂਗੇ। ਗੁਰੂ ਆਪਣੇ ਸਿੱਖ ਨੂੰ ਸੋਨੇ ਵਰਗਾ ਕਰ ਦਿੰਦਾ ਹੈ। ਜਿੰਨੀ ਦੇਰ ਸੋਨਾ ਮਲੀਨ ਹੁੰਦਾ, ਇੱਕ ਉਠਾਲੀ ਦੇ ਵਿੱਚ ਪਿਆ ਪਿਆ ਭੱਜਦਾ ਹੈ, ਨੱਸਦਾ ਹੈ, ਦੌੜਦਾ ਹੈ, ਪਰ ਜਦੋਂ ਉਹਦੀ ਮੈਲ ਦੂਰ ਹੋ ਜਾਂਦੀ, ਟਿਕ ਕੇ ਬੈਠ ਜਾਂਦਾ ਹੈ, ਸਹਿਜ ਆ ਜਾਂਦਾ ਹੈ, ਅਵਸਥਾ ਟਿਕਾ ਵਾਲੀ ਬਣ ਜਾਂਦੀ ਹੈ, ਸਬਰ ਸੰਤੋਖ ਵਾਲੀ ਬਣ ਜਾਂਦੀ। ਵਾਹਿਗੁਰੂ ਕਿਰਪਾ ਰਹਿਮਤ ਕਰੇ।